ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ ਜੋ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਪ੍ਰਾਰੰਭ ਹੋਈ ਹੈ। ਲੜੀ ਤਹਿਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਦਾ ਇਤਿਹਾਸ ਸੰਤਰੇਣ ਜੀ ਸੁਣਾ ਰਹੇ ਨੇ। ਕੱਲ ਆਪਾਂ ਇਹ ਇਤਿਹਾਸ ਕਿ ਉਹ ਸਮਾਂ ਜਦੋਂ ਧਰਤੀ ਤੇ ਪਾਪਾਂ ਦਾ ਭਾਰ ਵਧਿਆ, ਸਾਰੇ ਦੇਵਤਿਆਂ ਫਿਰ ਅਕਾਲ ਪੁਰਖ ਅੱਗੇ ਅਰਦਾਸ ਕੀਤੀ, ਹੇ ਭਗਵਾਨ ਪਰਮੇਸ਼ਰ, ਕੋਈ ਸਮਾਂ ਜਦੋਂ ਧਰਤੀ ਤੇ ਦੁੱਖ ਤੇ ਪਾਪ ਵੱਧਦੇ ਨੇ ਤੇ ਹੇ ਅਕਾਲ ਪੁਰਖ ਤੁਸੀਂ ਕੋਈ ਅਵਤਾਰ ਭੇਜਦੇ ਹੋ। ਪਰ ਹੁਣ ਕਲਯੁਗ ਦਾ ਸਮਾਂ ਹੈ। ਇੱਕ ਪੈਰ ਤੇ ਧਰਮ ਖੜਾ ਹੈ ਤੇ ਇਤਨੇ ਪਾਪ ਨੇ ਕਿ ਹੁਣ ਤੁਹਾਤੋਂ ਬਿਨਾ ਕੋਈ ਇਹਨਾਂ ਨੂੰ ਠੀਕ ਨਹੀਂ ਕਰ ਸਕਦਾ। ਆਪ ਮਿਹਰ ਕਰੋ। ਤਾਂ ਫਿਰ ਬਚਨ ਹੋਇਆ ਕਿ ਆਪੋ ਆਪਣੀਆਂ ਪੁਰੀਆਂ ਜਾਓ, ਅਸੀਂ ਸਮਾਂ ਪਾ ਕੇ ਆਪਣਾ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਵਿੱਚ ਧਾਰਨ ਕਰਾਂਗੇ। ਤੋ ਫਿਰ ਸਮਾਂ ਆਇਆ ਬੇਦੀ ਬੰਸ ਦੇ ਵਿੱਚ ਜੋ ਸ੍ਰੀ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਣਾ ਹੈ। ਤੇ ਉਸ ਸਮੇਂ ਜਿਹੜੀ ਕੁਦਰਤ ਸੀ ਉਹ ਵੀ ਗੁਰਮੁਖੋ ਅਨੁਕੂਲ ਹੋਈ। ਬੱਦਲ ਜਿਹੜੇ ਹੈ ਉਹ ਆਉਂਦੇ ਨੇ, ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈਆਂ ਤੇ ਕਈ ਮਹੀਨੇ ਪਹਿਲਾਂ ਸਾਰੀ ਕੁਦਰਤ ਅਨੁਕੂਲ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਗੁਰਮੁਖੋ ਵੱਡੇ ਆਦਮੀ ਨੇ ਆਉਣਾ ਹੋਵੇ ਤੇ ਉੱਥੇ ਪਹਿਲਾਂ ਹੀ 10-10 ਦਿਨ ਪਹਿਲਾਂ ਪਹਿਰੇ ਲੱਗ ਜਾਂਦੇ ਹੈ। ਤੇ ਜਿੱਥੋਂ ਦੀ ਵੱਡਾ ਕੋਈ ਪ੍ਰਧਾਨ ਮੰਤਰੀ ਵਗੈਰਾ ਨੇ ਲੰਘਣਾ ਹੋਵੇ, ਟੁੱਟੀਆਂ ਸੜਕਾਂ ਵੀ ਬਣਾ ਦਿੰਦੇ ਨੇ।
ਤੇ ਹੋਰ ਸਾਰਾ ਕੁਝ ਚੰਗੇ ਸੁਗੰਧਿਤ ਕਰ ਦਿੱਤਾ ਜਾਂਦਾ ਹੈ। ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਸਰਗੁਣ ਸਰੂਪ ਧਾਰਨਾ ਤਾਂ ਉਹਦੀ ਕੁਦਰਤ ਸਾਰੀ ਸੇਵਾ ਵਿੱਚ ਲੱਗ ਗਈ। ਐਨ ਚੰਗੇ ਦਰਖਤ ਫਲੇ ਫੁੱਲੇ, ਲੋਕਾਂ ਦੇ ਵਿੱਚ ਵੀ ਜਿਹੜੀ ਹੈ ਖੁਸ਼ੀ ਆਉਣੀ ਸ਼ੁਰੂ ਹੋਈ। ਤੇ ਇਸੇ ਤਰ੍ਹਾਂ ਹੀ ਖੇਤੀਆਂ ਜਿਹੜੀਆਂ ਸੀ ਉਹ ਧਰਤੀ ਤੇ ਬਹੁਤ ਸੋਹਣੀਆਂ ਜਿਹੜੀਆਂ ਛਾ ਗਈਆਂ ਤੇ ਸਾਰਿਆਂ ਦੇ ਹਿਰਦੇ ਵਿੱਚ ਬਹੁਤ ਵਧਾਈਆਂ ਹੋਈਆਂ। ਆਸ ਜਬ ਬੀਤ ਗਏ ਕੱਛ ਮਾਸਾ, ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਇਸ ਤਰ੍ਹਾਂ ਜਦੋਂ ਕੁਝ ਮਹੀਨੇ ਬੀਤੇ ਤੇ ਗੁਰਮੁਖੋ ਸਿਆਲ ਦੀ ਰੁੱਤ ਸ਼ੁਰੂਆਤ ਹੋਈ। ਇੰਦ ਪ੍ਰਕਾਸ਼ਾ, ਸੋਹਣਾ ਆਕਾਸ਼ ਵਿੱਚ ਚੰਦਰਮਾ ਪ੍ਰਕਾਸ਼ ਦਾ ਹੈ। ਆਓ ਪ੍ਰੇਮ ਸਤਿਕਾਰ ਨਾਲ ਇਸ ਤੋਂ ਅੱਗੇ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਮਲ ਆਕਾਸ਼ ਸੋਹੇ ਗਨ ਤਾਰਾ। ਤੇ ਭਾਈ ਆਕਾਸ਼ ਜਿਹੜਾ ਹੈ, ਇਸ ਦੇ ਵਿੱਚ ਬਿਮਲ ਜਿਹੜਾ ਆਕਾਸ਼ ਬਹੁਤ ਸੁੰਦਰ ਚਮਕਦਾ ਹੈ ਤੇ ਉਹਦੇ ਵਿੱਚ ਬੇਅੰਤ ਜਿਹੜੇ ਤਾਰੇ ਨੇ ਉਹ ਸ਼ੋਭਦੇ ਹਨ। ਜਿਮ ਜਗਿਆਸੀ ਉਰ ਆਚਾਰਾ। ਜਿਸ ਤਰ੍ਹਾਂ ਵੀ ਜਗਿਆਸੀ ਜਿਹੜਾ ਪੁਰਸ਼ ਹੈ ਉਸ ਦੇ ਹਿਰਦੇ ਵਿੱਚ ਇਉਂ ਭਾਈ ਸ਼ੁਭ ਆਚਰਣ ਪੈਦਾ ਹੋ ਗਿਆ। ਨਿਰਸ ਮੇਘ ਹੋ ਗਏ ਨਿਜ ਦੇਸੂ। ਤੇ ਜਿਹੜੇ ਗੁਰਮੁਖੋ ਮੇਘ ਨਿਰਸ ਕਹੀਏ ਇੱਕ ਰਸ, ਬੱਦਲ ਜਿਹੜੇ ਹੈ ਇੱਕ ਰਸ ਹੋ ਕਰਕੇ ਜੋ ਭਾਈ ਹੋ ਗਏ ਨਿਜ ਦੇਸੂ, ਉਹ ਆਪਣੇ ਨਿਜ ਦੇਸ਼ ਵਿੱਚ ਚਲੇ ਗਏ। ਭਾਵੈਨ ਆਕਾਸ਼ ਨਿਖਰ ਗਿਆ ਹੈ। ਜਿਮ ਸਤ ਸੰਗਤ ਮਿਟਹਿ ਕਲੇਸ਼ੂ। ਜਿਵੇਂ ਕਹਿੰਦੇ ਇਉਂ ਸਫਾਈ ਹੋ ਗਈ ਹੈ, ਜਿਵੇਂ ਭਾਈ ਸਤਸੰਗ ਕੀਤਿਆਂ ਸਾਰੇ ਜੀਵਨ ਦੇ ਕਲੇਸ਼ ਮਿਟ ਜਾਂਦੇ ਹਨ। ਉਰਜ ਮਾਸ ਕੀ ਪੂਰਨ ਮਾਸੀ। ਤੇ ਫਿਰ ਉਹ ਦਿਨ ਆਇਆ ਉਰਜ ਮਾਸ। ਉਰਜ ਕਹਿੰਦੇ ਨੇ ਕੱਤਕ ਦੇ ਮਹੀਨੇ ਨੂੰ। ਜਿਹੜਾ ਭਾਈ ਕੱਤਕ ਦਾ ਮਹੀਨਾ ਹੈ, ਭਾਵ ਕੱਤਕ ਸੁਦੀ। ਇਹ ਜਾਣਨਾ ਹੈ ਕਿ ਕਈ ਵਾਰ ਹੁੰਦਾ ਨਾ ਵੀ ਕੱਤਕ ਸੁਦੀ ਜੀ ਮੱਘਰ 'ਚ ਕਿਵੇਂ ਆ ਗਈ। ਬਹੁਤ ਵਾਰੀ ਦੱਸਿਆ ਕਿ ਜਿਹੜਾ ਦੇਸੀ ਮਹੀਨਾ ਤੇ ਦੇਸੀ ਮਹੀਨੇ ਵਿੱਚ ਜਦੋਂ ਮੱਸਿਆ ਆ ਜਾਂਦੀ ਹੈ ਜਿਹੜੀ ਵੀ, ਉਸ ਮਹੀਨੇ ਮੰਨ ਲਓ ਕੱਤਕ ਦੇ ਵਿੱਚ ਜਦੋਂ ਮੱਸਿਆ ਆਈ, ਉਹ ਹੁਣ ਉਸ ਤੋਂ ਬਾਅਦ ਜਿਹੜਾ ਹੈ ਸੁਦੀ ਸ਼ੁਰੂ ਹੁੰਦੀ ਹੈ ਉਸੇ ਮਹੀਨੇ ਦੀ ਹੋਈ। ਉਹ ਕਈ ਵਾਰ ਅੱਗੇ ਪਿੱਛੇ ਹੋ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਜੋ ਜਿਵੇਂ ਹੁਣ ਮੰਨ ਲਓ ਕੱਤਕ ਦੇ ਪਿਛਲੇ ਪੱਖ ਦੇ ਵਿੱਚ ਮੱਸਿਆ ਆਈ ਤਾਂ ਫਿਰ ਜਿਹੜੀ ਕੱਤਕ ਸੁਦੀ ਹੈ ਉਹ ਅੱਗੇ ਮੱਘਰ 'ਚ ਚਲੀ ਜਾਂਦੀ ਹੈ। ਇਹ ਜਿਹੜੇ ਆ ਮਹੀਨੇ ਨੇ ਕੱਤਾ ਮੱਘਰ ਪੋਹ ਮਾਘ ਇਹ ਸੂਰਜ ਦੇ ਹਿਸਾਬ ਨਾਲ ਹੈ ਤੇ ਜਿਹੜਾ ਸੁਦੀਵਦੀ ਦਾ ਮਹੀਨਾ ਉਹ ਚੰਦਰਮਾ ਦੇ ਹਿਸਾਬ ਨਾਲ ਹੈ। ਜਿਹੜੇ ਗੁਰੂ ਕੇ ਦਿਹਾੜੇ ਨੇ ਉਹ ਚੰਦਰਮਾ ਦੇ ਹਿਸਾਬ ਨਾਲ ਹੈ। ਬਾਕੀ ਗੁਰੂ ਕੇ ਗੁਰਸਿੱਖਾਂ ਦੇ ਸਾਹਿਬਜ਼ਾਦਿਆਂ ਦੇ ਦਿਹਾੜੇ ਉਹ ਦੇਸੀ ਮਹੀਨੇ ਦੀਆਂ ਤਰੀਕਾਂ ਸੂਰਜੇ ਦੇ ਮੁਤਾਬਕ। ਇਹ ਪੁਰਾਤਨ ਸਮੇਂ ਤੋਂ ਮਰਜ਼ਾਦਾ ਹੈ। ਇਸ ਕਰਕੇ ਇਹ ਦੱਸਿਆ ਹੈ ਕਿ ਉਰਜ ਮਾਸ ਕੀ ਪੂਰਨਮਾਸੀ। ਜਿਹੜੀ ਭਾਵ ਕੱਤਕ ਮਹੀਨੇ ਕੱਤਕ ਸੁਦੀ ਜੀ ਉਸ ਮਹੀਨੇ ਦੀ ਪੂਰਨਮਾਸੀ। ਹਰ ਕੀਰਤ ਸੀ ਜੌਨ ਪ੍ਰਕਾਸ਼ੀ। ਤੇ ਉਹ ਹਰੀ ਦੀ ਕੀਰਤੀ ਭਾਈ ਜੋ ਸਾਰੇ ਪ੍ਰਕਾਸ਼ ਹੋਈ। ਸੰਮਤ 9 ਖਟ ਸਹਿਸ 26। ਹੁਣ ਇੱਥੇ ਦੱਸਦੇ ਨੇ ਕਿ ਉਦੋਂ ਕਿਹੜਾ ਸਮਾਂ ਸੀ, ਤਰੀਕ, ਕਿਉਂਕਿ ਜਿਹੜਾ ਨਾਨਕਸ਼ਾਹੀ ਸੰਮਤ ਹੋਇਆ ਉਹ ਤਾਂ ਫਿਰ ਗੁਰੂ ਮਹਾਰਾਜ ਦੇ ਅਵਤਾਰ ਪੁਰਬ ਦੇ ਉਸ ਸਾਲ ਤੋਂ ਸ਼ੁਰੂ ਹੋਇਆ ਨਾ ਬਾਅਦ ਵਿੱਚ। ਇਹ ਪਹਿਲਾਂ ਬਿਕਰਮੀ ਸੰਮਤ ਦੀ ਇੱਥੇ ਸੰਤ ਰੇਣ ਜੀ ਨੇ ਤਰੀਕ ਲਿਖੀ ਹੈ। ਸੰਮਤ 9 ਖਟ। 9 ਤੇ ਖਟ ਕਹਿੰਦੇ ਨੇ 6 ਨੂੰ।
9 ਤੇ 6 ਹੋ ਗਏ 15 ਸਹਿਸ 1526 ਸਾ 1526 ਬਿਕਰਮੀ ਸੰਮਤ ਹੈ। ਭੇ ਅਵਤਾਰ ਪ੍ਰਗਟ ਜਗਦੀਸ਼ਾ। ਇਸ ਤਰ੍ਹਾਂ ਭਾਈ ਕਾਤਕ ਸੁਦੀ ਪੂਰਨਮਾਸ਼ੀ ਹੈ, 1526 ਬਿਕਰਮੀ ਹੈ। ਭੇ ਅਵਤਾਰ ਪ੍ਰਗਟ ਜਗਦੀਸ਼ਾ। ਜਗਤ ਈਸ਼ਵਰ ਅਕਾਲ ਪੁਰਖ ਉਸ ਦਿਨ ਪ੍ਰਗਟ ਹੋਏ। ਭਇਓ ਅਚਾਨਕ ਸਭਨ ਉਛਾਹਾ। ਤੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਿਆ ਨਾ, ਅਚਾਨਕ ਹੀ ਇੱਕਦਮ ਅੱਖ ਦੀ ਪਲਕ ਵਿੱਚ ਹੀ ਸਾਰੀ ਧਰਤੀ ਕੁਦਰਤ ਕਾਇਨਾਤ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਸਭ ਵਿੱਚ। ਬਿਨ ਕਾਰਨ ਮਨ ਲਖ ਨਾ ਸਕਾਹਾ। ਹੁਣ ਬਿਨਾਂ ਹੀ ਕਾਰਨ ਤੋਂ ਮਨ ਜਿਹੜਾ ਸੀ ਇਹ ਜਾਣ ਨਾ ਸਕਿਆ। ਹਰੇਕ ਕਹੇ ਕੈਸਾ ਹੈ, ਪਰ ਮਨ ਜਾਣੇ ਨਾ ਕਿ ਕਿਸ ਕਿਉਂ ਹੋਇਆ ਹੈ। ਸਾਰੇ ਖੁਸ਼ੀਆਂ ਖੇੜੇ ਹਨ। ਧਰਾ ਆਕਾਸ਼ ਵਿਖੈ ਜੇ ਬਾਸੀ। ਧਰਤੀ ਤੇ ਆਕਾਸ਼ ਦੇ ਵਿੱਚ ਜਿੰਨੇ ਵੀ ਬਸਣ ਵਾਲੇ ਹਨ, ਮੰਗਲ ਕਰਹਿ ਸਿਮਰ ਅਬਨਾਸ਼ੀ। ਨਾਸ਼ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਆ, ਉਸ ਦੇ ਮੰਗਲ ਕਰਦੇ ਹਨ। ਲੈ ਨਿਜ ਹੱਥ ਨਸੰਖ ਬਜਾਏ। ਕਿਉਂ ਜਗ੍ਹਾ ਜਗ੍ਹਾ ਕੋਈ ਜਿੱਥੇ ਵੀ ਹੈ ਆਪੋ ਆਪਣੀ ਭਾਵਨਾ ਨਾਲ ਹੱਥਾਂ ਵਿੱਚ ਸ਼ੰਖ ਲੈ ਕੇ ਵਜਾਉਂਦੇ ਹਨ। ਜੈ 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 ਮੁਖ ਬਚਨ ਸੁਨਾਏ। ਜਿੰਨੇ ਵੀ ਆਕਾਸ਼ ਤੇ ਧਰਤੀ ਤੇ ਬਸਣ ਵਾਲੇ ਧਰਮੀ ਪੁਰਸ਼, ਆਕਾਸ਼ ਵਿੱਚ ਬਸਣ ਵਾਲੇ ਦੇਵਤੇ, ਉਹ ਭਾਈ ਜੈ 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 ਮਨ ਕਰਕੇ, ਬਚਨ ਕਰਕੇ, ਗੌਰ ਕਰਮ ਕਰਕੇ, ਮਨ ਬਾਣੀ ਸਰੀਰ ਵੀ ਹੈ, ਮੁਖੋਂ ਇਉਂ ਬਚਨ ਜੈ ਜੈਕਾਰ ਦੇ ਸੁਣਾਉਂਦੇ ਹਨ। ਅਮਰਨ ਮਿਲ ਕਰ ਮਲਹਿ ਕਸਾਈ। ਤਾਂ ਗੁਰਮੁਖੋ ਅਮਰਨ, ਆ ਮਰਨ, ਮਰਨਾ ਤੇ ਆ ਮਰਨ, ਜੋ ਮ੍ਰਿਤੂ ਰਹਿਤ ਹੋ ਗਿਆ ਦੇਵਤੇ। ਅਮਰਨ ਮਿਲ ਕਰ ਮਲਹਿ ਕਸਾਈ। ਉਹਨਾਂ ਨੇ ਮਿਲ ਕੇ ਭਾਈ ਚੰਦਨ ਕਸਾਇਆ ਹੈ। ਕੁੰਕਮ ਪੁਨ ਸੰਸਾਰ ਮਿਲਾਈ। ਤੇ ਉਹਦੇ ਵਿੱਚ ਫਿਰ ਕੁੰਕਮ ਕਹੀਏ ਕੇਸਰ, ਔਰ ਸੰਸਾਰ ਮੁਸ਼ਕ ਕਪੂਰ ਇਤਿਆਦਿਕ ਉਹ ਮਿਲਾਇਆ ਹੈ। ਕਾਲੂ ਕੇ ਮੰਦਰ ਪਰ ਚਰਚਾ ਹੈ। ਬਾਬਾ ਕਾਲੂ ਜੀ ਦੇ ਘਰ ਤੇ ਆ ਕੇ ਛਿੜਕਾ ਕਰਦੇ ਨੇ। ਕਲਪ ਬ੍ਰਿਛ ਕੁਸ਼ਮਾਂਜਲ ਅਰਚ ਹੈ। ਤੇ ਕਲਪ ਬਿਰਸ਼ ਕੁਸ਼ਮਾਂਜਲ, ਕਲਪ ਬਿਰਸ਼ ਦੇ ਜਿਹੜੇ ਫੁੱਲ ਨੇ ਉਹਨਾਂ ਫੁੱਲਾਂ ਦੀ ਵਰਖਾ ਕਰ ਰਹੇ ਹਨ। ਕੁਸ਼ਮਾਂਜਲ ਕਹੀਏ, ਕੁਸਮ ਫੁੱਲਾਂ ਨੂੰ ਕਹਿੰਦੇ ਆ, ਅੰਜਲ ਨਾਮ ਬੁੱਕ ਨੂੰ ਕਹਿੰਦੇ ਆ। ਭਾਵ ਕਲਪ ਬਿਰਸ਼ ਕੁਸਮਾਂਜਲ ਅਰਚ ਹੈ। ਅਰਚੈ ਕਹੀਏ ਜਿਹੜਾ ਫੁੱਲਾਂ ਨੂੰ ਸੁੱਟਣਾ ਹੈ, ਅਰਚੈ ਕਰਨਾ, ਫੁੱਲ ਅਰਚੈ ਛਿਣਕਣ ਨੂੰ ਵੀ ਕਹਿੰਦੇ ਆ, ਵੀ ਸਾਰੇ ਫੁੱਲਾਂ ਦੀ ਵਰਖਾ ਕਰਨੀ। ਤੇ ਕਿਹੜੇ ਫੁੱਲ ਸੀ? ਕਲਪ ਬਿਰਸ਼ ਦਰਖਤ ਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਦੇਵਤੇ ਵਰਖਾ ਕਰਦੇ ਹਨ। ਵੱਡ ਪ੍ਰਕਾਸ਼ ਅਚਾਨਕ ਥਾਇਓ। ਤੇ ਬਹੁਤ ਵੱਡਾ ਅਚਾਨਕ ਹੀ ਪ੍ਰਕਾਸ਼ ਹੋ ਗਿਆ ਹੈ। ਧਾਏ ਦੇਖ ਸੋ ਨੈਣ ਮਿਚਾਇਓ। ਧਾਏ ਆਮ ਤੌਰ ਤੇ ਸ਼ਬਦ ਹੈ ਧਾਏ, ਧਾਵਾ ਕਰਨਾ, ਦੌੜਨਾ, ਪਰ ਇੱਥੇ ਧਾਏ ਦਾ ਅਰਥ ਹੈ ਦਾਈ। ਧਾਏ ਦੇਖ, ਉਹਨੇ ਜਦੋਂ ਇਉਂ ਪ੍ਰਕਾਸ਼ ਇੰਨਾ ਹੋਇਆ ਕਿ ਧਾਏ ਦੇਖ ਸੋ ਨੈਣ ਮਿਚਾਏ, ਉਹਦੀਆਂ ਅੱਖਾਂ ਬੰਦ ਹੋ ਗਈਆਂ। ਮਾਤਾ ਉਦਰ ਪੌਣ ਨਿਕਸਾਈ। ਤੇ ਮਾਤਾ ਦੇ ਉਦਰ ਵਿੱਚੋਂ ਇਉਂ ਪੌਣ ਬਾਹਰ ਨਿਕਲੀ ਹੈ। ਜਾਣਿਓ ਮੈਂ ਪ੍ਰਸੂਤਾ ਥਾਈ। ਮਾਤਾ ਨੇ ਜਾਣਿਆ ਵੀ ਮੈਂ ਪ੍ਰਸੂਤ ਹੋ ਗਈ ਹਾਂ, ਭਾਵ ਬਾਲਕ ਨੂੰ ਜਨਮ ਦੇ ਦਿੱਤਾ ਹੈ। ਸ੍ਰੀ ਮਾਤਾ ਜਬ ਖੋਲੇ ਨੈਣ।
ਜਦੋਂ ਸ੍ਰੀ ਮਾਤਾ ਤ੍ਰਿਪਤਾ ਜੀ ਨੇ ਆਪਣੇ ਨੇਤਰ ਖੋਲੇ ਹਨ, ਸੁੰਦਰ ਰੂਪ ਦੇਖ ਮਨ ਚੈਨ, ਤੇ ਬਹੁਤ ਹੀ ਸੋਹਣਾ ਸੁੰਦਰ ਸਰੂਪ ਬਾਲਕ ਦਾ ਦੇਖ ਕੇ ਮਨ ਨੂੰ ਚੈਨ ਆਇਆ ਹੈ। ਦਿਪਤ ਤੇਜ ਜਹ ਕ੍ਰਾਂਤ ਅਨੂਪਾ, ਜਿਸ ਦੇ ਮਸਤਕ ਦਾ ਜਿਹੜਾ ਤੇਜ ਪ੍ਰਤਾਪ ਬਹੁਤ ਹੈ, ਕ੍ਰਾਂਤ ਕਹੀਏ ਜੋ ਆਭਾ ਮੰਡਲ ਹੈ, ਅਨੂਪਮ ਹੈ। ਬਿਸਮਹਿ ਧਾਏ ਦੇਖ ਸਿਸ ਰੂਪਾ, ਧਾਏ ਕਹੀਏ ਦਾਈ ਵੀ ਦੇਖ ਕੇ ਸਿਸ ਰੂਪਾ, ਬਾਲਕ ਦਾ ਰੂਪ ਦੇਖ ਕੇ ਹੈਰਾਨ ਹੁੰਦੀ ਹੈ। ਅਨੰਤ ਬਾਲ ਜਨਮਤ ਸਭ ਰੋਤੇ, ਉਹਨੇ ਦੇਖਿਆ ਹੈ, ਕਹਿੰਦੀ ਸੋਚਦੀ ਹੈ, ਬੇਅੰਤ ਬਾਲਕ ਜਨਮ ਲੈਂਦੇ ਆ, ਜਦੋਂ ਜਨਮ ਲੈਂਦੇ ਆ ਉਹ ਸਾਰੇ ਰੋਂਦੇ ਹਨ। ਬਿਗਸਤ ਇਹੋ ਜਿਹੇ ਬੇਆਨੰਦ ਹੋਤੇ, ਤੇ ਇਹ ਤਾਂ ਹੱਸਦਾ ਹੈ ਜਿਵੇਂ ਬਹੁਤ ਹੀ ਆਨੰਦ ਵਿੱਚ ਹੋਵੇ। ਅਲਪ ਬੁੱਧ ਕਿਉ ਧਾਏ ਲਖਾਹੀ, ਸੰਤ ਨੈਣ ਜੀ ਕਹਿੰਦੇ ਹੁਣ ਭਾਈ ਉਹ ਦਾਈ ਵੀ ਅਲਪ ਬੁੱਧ ਹੈ, ਅਲਪ ਬੁੱਧ ਦੇ ਨਾਲ ਉਹ ਕਿਵੇਂ ਜਾਣ ਸਕਦੀ ਹੈ। ਜਨਮ ਮਰਨ ਇਸ ਪੀਰਾ ਨਾਹੀ, ਕਿਉਂਕਿ ਬਾਲਕ ਜਨਮ ਲੈਂਦਾ ਹੈ। ਮੈਡੀਕਲ ਸਾਇੰਸ ਡਾਕਟਰ ਤੇ ਕਹਿੰਦੇ ਬੱਚੇ ਦਾ ਰੋਣਾ ਜ਼ਰੂਰੀ ਹੈ। ਭਾਈ ਗੁਰਦਾਸ ਜੀ ਨੂੰ ਪੁੱਛਿਆ ਤੇ ਭਾਈ ਸਾਹਿਬ ਜੀ ਤੁਸੀਂ ਦੱਸੋ, ਜਦੋਂ ਬਾਲਕ ਜਨਮ ਲੈਂਦਾ ਰੋਂਦਾ ਕਿਉਂ ਹੈ? ਭਾਈ ਸਾਹਿਬ ਜੀ ਕਹਿੰਦੇ ਰੋਵੈ ਰਤਨ ਗਵਾਏ ਗਏ, ਰਤਨ ਪਰਮੇਸ਼ਰ ਨਾਲੋਂ ਲਿਵ ਟੁੱਟਦੀ ਹੈ, ਇਸ ਕਰਕੇ ਰੋਂਦਾ ਹੈ। ਜਨਮ ਮਰਨ ਦੀ ਪੀੜਾ ਕਰਕੇ ਰੋਂਦਾ ਹੈ। ਪਰ ਉਹ ਹੁਣ ਅਲਪ ਬੁੱਧ ਵਾਲੀ ਦਾਈ ਕੀ ਜਾਣੇ, ਜਨਮ ਮਰਨ ਇਸ ਪੀੜਾ ਨਾਹੀ। ਇਹ ਤੇ ਤਾਂ ਹੱਸ ਰਿਹਾ ਕਿਉਂਕਿ ਇਹਨੂੰ ਕੋਈ ਜਨਮ ਮਰਨ ਦੀ ਪੀੜ ਨਹੀਂ ਹੈ। ਦਾਸੀ ਦੌਰ ਦਈ ਸੁਧ ਕਾਲੂ, ਤੇ ਦਾਸੀ ਨੇ ਭੱਜ ਕੇ ਜਾ ਕੇ ਬਾਬਾ ਕਾਲੂ ਜੀ ਨੂੰ ਖਬਰ ਦਿੱਤੀ। ਲੇਹੁ ਵਧਾਈ ਆਨੰਦ ਵਿਸਾਲੂ, ਕਿ ਇਸ ਤਰ੍ਹਾਂ ਤੁਸੀਂ ਬੇਅੰਤ ਵਧਾਈਆਂ ਆਨੰਦ ਮਾਣੋ। ਕ੍ਰਾਂਤ ਮੀਨ ਭਾਤਾ, ਕ੍ਰਾਂਤ ਮਨ ਭਾਤਾਤ ਤੁਮਾਰੇ, ਇਸ ਤਰ੍ਹਾਂ ਕਹਿੰਦੇ ਕ੍ਰਾਂਤ ਇੱਥੇ ਛਾਪੇ ਦੇ ਵਿੱਚ ਮੀਨ, ਕ੍ਰਾਂਤ ਮਨ ਭਾ, ਮਨ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਤੁਹਾਡੇ ਬਹੁਤ ਖੁਸ਼ੀ ਹੋਵੇ। ਇਉਂ ਬੇਅੰਤ ਆਭਾ ਪ੍ਰਕਾਸ਼ ਤੁਹਾਡਾ ਜਿਹੜਾ ਹੈ ਉਹ ਤੁਹਾਡੇ ਤਾਤ ਕਹੀਏ ਪੁੱਤਰ ਹੋਇਆ ਹੈ। ਮੰਗਲ ਕਰੋ ਸੁਭ ਬਿਦ ਪ੍ਰਕਾਰੇ, ਕਿਹਾ ਦਾਸੀ ਨੇ ਹੈ ਬਾਬਾ ਕਾਲੂ ਜੀ ਬਹੁਤ ਬੇਅੰਤ ਤਰ੍ਹਾਂ ਦੇ ਮੰਗਲ ਖੁਸ਼ੀਆਂ ਮਨਾਵੋ। ਸੁਤ ਉਪਜਨ ਕੇ ਸੁਨ ਕਰ ਬੈਨਾ, ਪੁੱਤਰ ਦੇ ਪੈਦਾ ਹੋਣ ਦੇ ਇਹ ਬੋਲ ਬਚਨ ਸੁਣ ਕੇ ਮਨੋਂ ਜਗਤ ਸੁਖ ਪ੍ਰਾਪਤ ਐਨਾ, ਕਿ ਮਾਨੋ ਨੂੰ ਭਾਈ ਸਾਰੇ ਜਗਤ ਦੇ ਹੀ ਸੁਖ ਪ੍ਰਾਪਤ ਹੋ ਗਏ। ਔਰ ਪਰਮੇਸ਼ਰ ਕੋ ਕਰ ਧਿਆਨਾ, ਔਰ ਹਿਰਦੇ ਤੋਂ ਸੁਰਤੀ ਤੋਂ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰਿਆ। ਬੰਧਨ ਕਰਹਿ ਬੰਧ ਜੁਗ ਪਾਨਾ, ਤੇ ਦੋਹਵੇਂ ਹੱਥ ਜੋੜ ਕੇ ਬਾਬਾ ਕਾਲੂ ਜੀ ਪਰਮੇਸ਼ਰ ਵਾਹਿਗੁਰੂ ਜੀ ਅੱਗੇ ਬੰਦਨਾ ਕਰਦੇ ਹਨ। ਭਈ ਭੋਰ ਨਿਜ ਦਾਸ ਬੁਲਾਇਆ, ਫਿਰ ਗੁਰਮੁਖੋ ਦਿਨ ਚੜਿਆ। ਸਵੇਰ ਹੋਈ ਤੇ ਆਪਣੇ ਦਾਸ ਨੌਕਰ ਸੇਵਕ ਨੂੰ ਬੁਲਾਇਆ ਹੈ। ਦਿਜਬਰ ਸਦਨ ਜਾਹੋ ਤੂੰ ਧਾਇਆ, ਉਹਨੂੰ ਕਿਹਾ ਵੀ ਭੱਜਿਆ ਦੌੜਿਆ ਜਾ, ਪੰਡਤ ਹਰਦਿਆਲ ਦੇ ਘਰ ਜਾ। ਦੈਵਗ ਜੋ ਹਰਦਿਆਲ ਪ੍ਰਬੀਨਾ, ਜੋ ਦੈਵਗ ਉਹ ਬ੍ਰਾਹਮਣ ਬਹੁਤ ਸਿਆਣਾ ਜਿਸ ਦਾ ਨਾਂ ਪੰਡਤ ਹਰਦਿਆਲ ਹੈ। ਆਨੋ ਤਾਹੇ ਬਿਲੰਬ ਬਹੀਨਾ, ਉਸ ਨੂੰ ਬਿਨਾਂ ਦੇਰੀ ਤੋਂ ਤੁਰੰਤ ਹੀ ਲੈ ਕੇ ਆਓ।
ਸੁਨਤ ਦਾਸ ਦਿਜ ਸਦਨ ਸੁਜਾਈ। ਉਹ ਸੇਵਕ ਨੇ ਸੁਣਿਆ ਤੇ ਪੰਡਤ ਹਰਦਿਆਲ ਬ੍ਰਾਹਮਣ ਦੇ ਘਰ ਪਹੁੰਚਿਆ ਹੈ। ਦਿਜ ਜੂ ਕਾਲੂ ਤੁਝੇ ਬੁਲਾਈ। ਕਿਹਾ, ਹੇ ਬ੍ਰਾਹਮਣ ਜੀ, ਪੰਡਤ ਹਰਦਿਆਲ ਜੀ, ਬਾਬਾ ਕਾਲੂ ਜੀ ਤੁਹਾਨੂੰ ਸੱਦਦੇ ਹਨ। ਆਇਓ ਦਿਜ ਸ਼ੁਭ ਸਗਨ ਲਖਾਇਓ। ਤਿਉ ਪੰਡਤ ਹਰਦਿਆਲ ਪਹੁੰਚਿਆ, ਸ਼ੁਭ ਸਗਨ ਜਾਣਿਆ ਹੈ। ਕਾਲੂ ਕੋ ਸਵਸਤੈਨ ਸੁਨਾਇਓ। ਬਾਬਾ ਕਾਲੂ ਜੀ ਨੂੰ ਸਵਸਤੈਨ ਅਸ਼ੀਰਵਾਦ ਕਿਹਾ ਹੈ। ਦੇਖ ਮੰਗਲਾਚਾਰ ਸੁਹਾਏ। ਤਿਉ ਭਾਈ ਸੋਹਣੀਆਂ ਸੁੰਦਰ ਖੁਸ਼ੀਆਂ ਮੰਗਲ ਹੋਏ ਵੇ ਸੋਭ ਰਹੇ ਨੇ ਘਰ ਵਿੱਚ ਦੇਖ ਕੇ। ਪੰਡਤ ਮਨ ਮੈਂ ਆਨੰਦ ਪਾਏ। ਪੰਡਤ ਹਰਦਿਆਲ ਨੇ ਮਨ ਵਿੱਚ ਬਹੁਤ ਆਨੰਦ ਖੁਸ਼ੀ ਪਾਈ ਹੈ। ਦੋਹਰਾ ਦਿਜ ਬਰ ਕੋਲੇ ਅਜਰ ਮਹਿ ਸਾਦਰ ਆਸਣ ਡਾਸ। ਦਿਜ ਬਰ ਭਾਵ ਸ੍ਰੇਸ਼ਟ ਬ੍ਰਾਹਮਣ ਨੂੰ ਕੋਲੇ ਅਜਰ ਮਹਿ, ਅਜਰ ਕਹਿੰਦੇ ਨੇ ਵਿਹੜੇ ਨੂੰ, ਭਾਵ ਇਉਂ ਘਰ ਦੇ ਵਿੱਚ ਅੰਦਰ ਲਿਜਾ ਕੇ ਸਾਦਰ ਆਸਣ ਡਾਸ, ਸਤਿਕਾਰ ਨਾਲ ਆਸਣ ਡਾਇਆ ਹੈ। ਬੈਸਾਇਓ ਬਹੁ ਭਾਉ ਕਰ ਆਪ ਬੈਸ ਤਿਸ ਪਾਸ। ਬਾਬਾ ਕਾਲੂ ਜੀ ਨੇ ਬਹੁਤ ਸਤਿਕਾਰ ਪ੍ਰੇਮ ਕਰਕੇ ਪੰਡਤ ਹਰਦਿਆਲ ਨੂੰ ਬਿਠਾਇਆ ਤੇ ਆਪ ਫਿਰ ਕੋਲ ਬੈਠ ਗਏ। ਚੌਪਈ ਕਹਿ ਕਾਲੂ ਸੁਣ ਸਰੋਣ ਦਜਿੰਦੂ। ਬਾਬਾ ਕਾਲੂ ਜੀ ਕਹਿਣ ਲੱਗੇ, ਇਹ ਦਜਿੰਦੂ, ਦਿਜ ਇੰਦੂ ਭਾਵ ਸਾਰੇ ਪੰਡਤਾਂ ਦੇ ਸ੍ਰੇਸ਼ਟ ਪੰਡਤ ਸਰੋਣ। ਸਰੋਣ ਨਾਮ ਗੁਰਮੁਖੋ ਕੰਨਾਂ ਦਾ ਹੈ ਕਿ ਧਿਆਨ ਨਾਲ ਸੁਣੋ। ਦਇਓ ਸਦਨ ਮਮ ਤਾਤ ਗੋਬਿੰਦੂ। ਗੋਬਿੰਦ ਅਕਾਲ ਪੁਰਖ ਪਰਮੇਸ਼ਰ ਨੇ ਮੇਰੇ ਘਰ ਵਿੱਚ ਪੁੱਤਰ ਬਖਸ਼ਿਆ ਹੈ। ਮੁਝ ਪਰ ਨਿਜ ਅਨਕੰਪਾ ਧਾਰੋ। ਹੇ ਪੰਡਤ ਹਰਦਿਆਲ, ਮੇਰੇ ਉੱਤੇ ਆਪਣੀ ਕਿਰਪਾ ਧਾਰੋ। ਸੋਧ ਮਹੂਰਤ ਲਗਨ ਵਿਚਾਰੋ। ਮਹੂਰਤ ਸੋਧੋ ਤੇ ਲਗਨ ਵਿਚਾਰੋ ਕਿਹੜਾ ਹੈ। ਹੁਣ ਕਈ ਵਾਰ ਇੱਥੇ ਐਸਾ ਹੋ ਜਾਂਦਾ ਹੈ, ਕਈ ਪ੍ਰਚਾਰਕ ਉਭਰੇ ਗੱਲ ਨੂੰ ਕੱਟਦੇ ਨੇ, ਕਹਿੰਦੇ ਜੀ ਇਹ ਲਗਨ ਸ਼ਗਨ ਇਹੋ ਜਿਹਾ ਕੁਛ ਪੰਡਤਾਂ ਤੋਂ ਕਰਾਉਣਾ, ਇਹ ਗੁਰਮਤ ਨਹੀਂ ਹੈ। ਭਾਈ ਉਹ ਗੁਰਮਤ ਨਹੀਂ ਹੈ। ਉਦੋਂ ਗੁਰਮਤ ਉਦੋਂ ਤਾਂ ਜੀ, ਉਹ ਤਾਂ ਹੁਣ ਸਾਰੇ ਪੰਡਤ ਹਰਦਿਆਲ ਨੂੰ ਸੱਦ ਕੇ ਬਾਬਾ ਕਾਲੂ ਜੀ ਨੇ ਸਭ ਉਹ ਰੀਤਾਂ ਕੀਤੀਆਂ ਜੋ ਸਨਾਤਨ ਧਰਮ ਦੇ ਵਿੱਚ ਕੀਤੀਆਂ ਜਾਂਦੀਆਂ ਸੀ। ਉਹਨਾਂ ਆਪਣੇ ਧਰਮ ਅਕੀਦੇ ਦੇ ਮੁਤਾਬਕ। ਉਹ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਉਂ-ਜਿਉਂ ਭਾਈ ਪ੍ਰਚਾਰ ਕੀਤਾ, ਉਪਦੇਸ਼ ਦਿੱਤਾ, ਇਹ ਸਿੱਖੀ ਪੰਥ ਜਿਹੜਾ ਹੈ ਨਿਰਮਲ ਮਾਰਿਆ ਸਿੱਕਾ ਜਗਤ ਵਿੱਚ। ਨਾਨਕ ਨਿਰਮਲ ਪੰਥ ਚਲਾਇਆ। ਇਹ ਪਵਿੱਤਰਤਾ ਵਾਲਾ ਪੰਥ, ਭਾਵ ਕਿ ਪਵਿੱਤਰ ਕੀ ਹੈ ਕਿ ਜੋ ਭਾਈ ਅਸੀਂ ਜੋ ਸਨਾਤਨੀ ਧਰਮ ਸੀ, ਫਿਰ ਇਹਦੇ ਵਿੱਚੋਂ ਇੱਕ ਪਵਿੱਤਰਤਾ, ਜਿਵੇਂ ਆਪਾਂ ਕਹਿੰਦੇ ਬਸਤਰ ਹੈ, ਇਹਦੇ ਚੋਂ ਮੈਲ ਕੱਢ ਦਿਓ ਤੇ ਬਸਤਰ ਰਹਿ ਜਾਂਦਾ ਹੈ। ਇਹ ਹੁਣ ਸਾਂਝ ਖਤਮ ਤਾਂ ਨਹੀਂ ਹੋ ਸਕਦੀ ਹੈ। ਹੁਣ ਤਾਂ ਕੋਈ ਗੱਲ ਕਰੋ ਨਹੀਂ ਜੀ ਇਹ ਫਲਾਨਾ ਯਾਰ ਇਸ ਵਾਲੇ ਧਮਕਾਣੇ। ਹੁਣ ਬਸਤਰ ਚੋਂ ਮੈਲ ਕੱਢਣੀ ਹੈ। ਗੁਰੂ ਸਾਹਿਬ ਜੀ ਨੇ ਉਹ ਨਿਰਮਲਤਾ ਪੰਥ ਬਖਸ਼ ਦਿੱਤਾ। ਕੋਈ ਪਖੰਡ, ਵਹਿਮ, ਭਰਮ, ਕਰਮ ਕਾਂਡ ਉਹ ਜੋ ਸੀ ਉਹ ਸਾਰੇ ਸਾਡੇ ਚੋਂ ਧੋ ਕੇ ਕੱਢਤੇ। ਇਸ ਤਰ੍ਹਾਂ ਜੋ ਹੈ ਇਹ ਸਾਰਾ ਕੁਝ ਹੋਇਆ ਹੈ। ਇਉਂ ਸੋਧ ਮਹੂਰਤ ਲਗਨ ਵਿਚਾਰੋ। ਬਾਬਾ ਕਾਲੂ ਜੀ ਕਹਿਣ ਲੱਗੇ, ਪੰਡਤ ਹਰਦਿਆਲ ਲਗਨ ਸੋਧੋ, ਮਹੂਰਤ ਜਿਹੜਾ ਹੈ ਉਹਦੀ ਵਿਚਾਰ ਕਰੋ। ਭੇਦ ਸੁਭਾ ਸੁਭ ਸਭ ਲਖ ਦੀਜੈ। ਭੇਦ ਸੁਭਾ ਸੁਭ ਸਭ ਲਖ ਲੀਜੈ। ਭੇਦ ਸੁਭਾ ਸੁਭ, ਸ਼ੁਭ ਤੇ ਅਸ਼ੁਭ ਸਾਰੇ ਭੇਦ ਨੂੰ ਤੂੰ ਜਾਣ ਲੈ। ਭਵ ਪੱਤਰੀ ਇਸ ਕੀ ਲਿਖ ਦੀਜੈ। ਭਵ ਪੱਤਰੀ ਕਹੀਏ ਜਨਮ ਪੱਤਰੀ। ਹੇ ਪੰਡਤ,
ਇਸ ਬਾਲਕ ਦੀ ਜਨਮ ਪੱਤਰੀ ਲਿਖ ਦੇ, ਬਾਲਕ ਸ਼ਬਦ ਲੈ ਜੋ ਜਨਮਾ। ਤਾਂ ਪੰਡਤ ਹਰਦਿਆਲ ਕਹਿੰਦਾ ਮੈਂ ਲਿਖਾਂਗਾ, ਪਰ ਇਹ ਜਦੋਂ ਬਾਲਕ ਦਾ ਜਨਮ ਹੋਇਆ ਉਦੋਂ ਕੀ ਸ਼ਬਦ ਸੁਣਿਆ ਤੁਸੀਂ? ਉਹ ਕਿਹੜਾ ਸ਼ਬਦ ਲੈ ਕੇ ਜਨਮਿਆ? ਕੀ ਹੋਇਆ? ਰੋਇਆ, ਹੱਸਿਆ, ਕੀ ਕੀਤਾ ਹੈ? ਸੋ ਸ਼ਬਦ ਸੁਨਾਵੋ ਸਰਬਨਾਮਾ। ਕਹਿੰਦੇ ਉਹ ਸ਼ਬਦ ਸਾਨੂੰ ਕੰਨੀ ਸੁਣਾਵੋ, ਸੋਹਣਾ ਸੁੰਦਰ, ਤਾਂ ਫਿਰ ਮੈਂ ਸਾਰਾ ਕੁਝ ਬਣਾਵਾਂਗਾ। ਭਇਓ ਕਾਲ ਕਿਸ ਜਨਮ ਸੁਨਾਵੋ। ਕਿਹੜਾ ਸਮਾਂ ਸੀ? ਟਾਈਮ ਦੱਸੋ, ਜੋ ਸਮਾਂ, ਕਿਸ ਸਮੇਂ ਇਹ ਜਨਮ ਹੋਇਆ ਬਾਲਕ ਦਾ ਦੱਸੋ। ਬੂਝੋ ਧਾਏ ਹਜੂਰ ਬੁਲਾਵੋ। ਧਾਏ ਕਹੀਏ ਦਾਈ, ਦਾਈ ਨੂੰ ਕੋਲ ਬੁਲਾ ਕੇ ਇੱਥੇ ਉਸ ਨੂੰ ਪੁੱਛਣਾ ਕਰੋ। ਸ੍ਰੀ ਨਾਨਕ ਕੀ ਦੌਲਤ ਦਾਈ। ਤੋ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ, ਉਦੋਂ ਜਿਹੜੀ ਦਾਈ ਸੀ ਉਹਦਾ ਨਾਂ ਹੈ ਦੌਲਤਾਂ ਦਾਈ। ਸੋ ਕਾਲੂ ਤਤਕਾਲ ਬੁਲਾਈ। ਬਾਬਾ ਕਾਲੂ ਜੀ ਨੇ ਉਹਨੂੰ ਤੁਰੰਤ ਸੱਦਿਆ ਹੈ। ਕਵਨ ਸ਼ਬਦ ਲੈ ਆਇਓ ਬਾਲਕ। ਪੁੱਛਿਆ ਇਹ ਦੌਲਤਾਂ ਦਾਈ ਕਿਹੜਾ ਸ਼ਬਦ ਲੈ ਕੇ, ਕੀ ਆਵਾਜ਼ ਸੀ ਜਦੋਂ ਬਾਲਕ ਆਇਆ? ਧਾਏ ਬਤਾਵੋ ਸੋ ਤਪ ਕਾਲਕ। ਇਸ ਤਰ੍ਹਾਂ ਹੈ ਦਾਈ ਉਹ ਦੱਸ। ਧਾਏ ਇੱਥੇ ਅਰਥ ਤਾਂ ਕਰਨ ਵਾਲੇ ਨੇ, ਧਾਏ ਦਾ ਅਰਥ ਹੈ ਦੌੜ ਕਰਕੇ। ਵੈਸੇ ਇੱਥੇ ਅਰਥ ਦੌੜਨ ਦਾ ਕੋਈ ਮਤਲਬ ਬਣਦਾ ਨਹੀਂ, ਇਸ ਕਰਕੇ ਧਾਏ ਦਾ ਅਰਥ ਹੈ ਧਾਏ ਬਤਾਵੋ ਸੋ ਤਪ ਕਾਲਕ। ਤੇ ਉਹ ਜਿਹੜਾ ਹੈ ਸਮਾਂ ਸੀ, ਜੋ ਕੀ ਸ਼ਬਦ ਸੀ? ਐ ਦਾਈ ਦੌਲਤਾਂ ਉਹ ਦੱਸ। ਬੋਲੀ ਬਚਨ ਦੌਲਤਾਂ ਦਾਈ। ਤਾਂ ਫਿਰ ਦੌਲਤਾਂ ਦਾਈ ਕਹਿਣ ਲੱਗੀ, ਸੁਨੋ ਬਿਰਤਾਂਤ ਸੋ ਇਹ ਦਿਜਰਾਈ। ਹੇ ਦਿਜਰਾਈ ਪੰਡਤ ਹਰਦਿਆਲ ਜੀ, ਉਹ ਤੁਸੀਂ ਬਿਰਤਾਂਤ ਸੁਣ ਲਵੋ। ਬਹੁ ਸਿਸ ਜਨਮੇ ਮਮ ਕਰ ਮਾਹੀ। ਬਹੁਤ ਬਾਲਕਾਂ ਮੇਰੇ ਹੱਥੀਂ ਜਨਮੇ ਹਨ, ਯਹ ਅਚਰਜ ਕਬ ਦੇਖਿਓ ਨਾਹੀ। ਪਰ ਆਸ਼ਚਰਜ ਤਾਂ ਨਹੀਂ ਕਦੇ ਦੇਖੀ ਹੈ। ਧੀਰਗ ਨਰ ਜਿਉ ਬਿਗਸ ਮਿਲੇ ਹੈ। ਇਹ ਤਾਂ ਇਉਂ ਆਏ ਸੰਸਾਰ ਤੇ ਹੱਸਦੇ ਜਿਵੇਂ ਕੋਈ ਦੀਰਘ ਨਗ, ਵੱਡੇ ਲੋਕ, ਸਿਆਣੇ ਲੋਕ, ਜਿਹੜੇ ਸਮਝਦਾਰ ਬੜੇ ਹੱਸਦੇ ਇੱਕ ਦੂਜੇ ਨੂੰ ਖੁਸ਼ੀ ਨਾਲ ਮਿਲਦੇ ਹਨ। ਤਿਉ ਐਨ ਚੀਨੇ ਸ਼ਗਨ ਭਲੇ ਹੈ। ਇਸ ਤਰ੍ਹਾਂ ਕਹਿੰਦੇ ਚੀਨੇ ਕਹੀਏ ਜਾਣੇ, ਇਉਂ ਇਹਨਾਂ ਦੇ ਤਾਂ ਸਾਰੇ ਚੰਗੇ ਭਲੇ ਸ਼ਗਨ ਹੀ ਜਾਣੇ ਹਨ। ਏਕ ਉਂਗਰੀ ਊਚ ਦਿਖਾਈ। ਹੁਣ ਇਹ ਦੇਖੋ ਭਾਈ, ਅਚਰਜ ਬਾਤ ਹੈ ਨਾ। ਦੌਲਤਾਂ ਦਾਈ ਕਹਿਣ ਲੱਗੀ ਹੈ ਪੰਡਤ ਹਰਦਿਆਲ, ਇਹ ਬਾਲਕ ਨੇ ਜਨਮ ਲੈਣ ਸਾਰ ਇੱਕ ਉਂਗਲੀ ਉੱਚੀ ਕਰਕੇ ਦਿਖਾਈ। ਆਸ਼ੈ ਨਹਿ ਲਖਿਓ ਦਿਜਰਾਈ। ਹੇ ਪੰਡਤ ਹਰਦਿਆਲ ਦਿਜਰਾਈ, ਪੰਡਤਾਂ ਦੇ ਰਾਈ, ਮੁਖੀ, ਸਿਆਣੇ ਪੰਡਤ, ਉਹ ਕੀ ਆਸ਼ਾ ਸੀ ਇੱਕ ਉਂਗਲੀ ਖੜੀ ਕਰਨ ਦਾ, ਉਹ ਨਹੀਂ ਮੈਂ ਜਾਣਿਆ ਹੈ। ਆਨ ਨਰਨ ਜਿਮ ਨਰ ਇਹ ਨਾਹੀ। ਇਹ ਹੋਰਾਂ ਬੱਚਿਆਂ ਵਰਗਾ, ਹੋਰਾਂ ਪੁਰਸ਼ਾਂ ਵਰਗਾ ਇਹ ਬਾਲਕ ਨਹੀਂ ਹੈ। ਹੱਸ ਹੱਸ ਕੇ ਮਨ ਮੋਦ ਵਡਾਹੀ। ਇਹ ਤਾਂ ਹੱਸ ਹੱਸ ਕੇ ਮਨ ਦੇ ਵਿੱਚ ਖੁਸ਼ੀ ਵਧਾਉਂਦਾ ਹੈ। ਦੋਹਰਾ ਸੁਨ ਦਿਜ ਬਰ ਸਭ ਬਚਨ ਕੋ, ਜੋਤ ਸ਼ਕੀਨ ਵਿਚਾਰ। ਇਹ ਸੁਣ ਕੇ ਦਿਜਬਰ ਪੰਡਤ ਹਰਦਿਆਲ ਨੇ ਸਾਰੇ ਬਚਨ ਦਾਈ ਤੋਂ ਤਾਂ ਆਪਣੀ ਜੋਤਿਸ਼ ਵਿਦਿਆ ਲਾ ਕੇ ਵਿਚਾਰ ਕੀਤੀ। ਸ਼ੁਭ ਨਿਛਤਰ ਸ਼ੁਭ ਕਾਲ ਮੈਂ, ਸ਼ੁਭ ਥਿਤ ਪੁਨ ਸ਼ੁਭ ਵਾਰ। ਤੇ ਪੰਡਤ ਹਰਦਿਆਲ ਨੇ ਜਾਣਿਆ ਉਸ ਸਮੇਂ ਸ਼ੁਭ ਨਛੱਤਰ ਸੀ। ਇਹ ਸਮਿਆਂ ਦੀ ਹੁੰਦੀ ਹੈ ਜਿਹੜੀ ਵੰਡ ਹੈ।
ਤੇ ਸ਼ੁਭ ਕਾਲ ਮੈਂ, ਸ਼ੁਭ ਹੀ ਚੰਗੇ ਹੀ ਸਮੇਂ ਦੇ ਵਿੱਚ ਸ਼ੁਭ ਥਿਤ, ਸ਼ੁਭ ਹੀ ਥਿਤ ਸੀ ਕੱਤਕ ਸੁਦੀ ਪੂਰਨਮਾਸੀ ਦੀ, ਪੁਨ ਸ਼ੁਭ ਵਾਰ, ਤੇ ਫਿਰ ਸ਼ੁਭ ਹੀ ਦਿਨ ਸੀ, ਵਾਰ ਸੀ। ਕਿਹੜਾ ਦਿਨ ਸੀ? ਉਹ ਲਿਖਣਗੇ ਸੰਤ ਰੇਣ ਜੀ ਕਿ ਬੁੱਧਵਾਰ ਦਾ ਦਿਨ ਸੀ। ਚੌਪਈ ਭਲੇ ਲਗਨ ਮੈਂ ਬਾਲਕ ਜਨਮਾ, ਬਹੁਤ ਚੰਗੇ ਲਗਨਾਂ ਦੇ ਵਿੱਚ ਇਸ ਬਾਲਕ ਦਾ ਪੰਡਤ ਹਰਦਿਆਲ ਨੇ ਵੇਖਿਆ ਜਨਮ ਹੋਇਆ। ਬੇਦੁੱਖ ਵਿਚਾਰ ਕੀਨ ਤਬ ਮਨ ਮਾ, ਬੇਦੁੱਖ, ਇੱਕ ਹੁੰਦਾ ਦੁੱਖ, ਬੇਦਾਗਿਆ ਭਾਵ ਦੁੱਖ ਤੋਂ ਰਹਿਤ, ਖੁਸ਼ੀ ਨਾਲ ਮਨ ਦੇ ਵਿੱਚ ਵਿਚਾਰ ਕੀਤੀ। ਲਗਨ ਸੋ ਸਿੰਘ ਨਿਛਤਰ ਸਤਾਈ, ਕਿਹੜਾ ਲਗਨ ਸੀ? ਸਿੰਘ ਲਗਨ ਸੀ, ਤੇ ਗੁਰਮੁਖੋ 27ਵਾਂ ਨਛੱਤਰ ਸੀ। ਆਧੀ ਰਾਤ ਘਟੀ ਜੁਗ ਥਾਈ, ਆਧੀ ਰਾਤ, ਅੱਧੀ ਰਾਤ ਜਿਹੜੀ ਹੈ ਉਹ ਬੀਤ ਗਈ, ਭਾਵ 2 ਪਹਿਰ ਬੀਤ ਗਏ ਸਨ। ਘਟੀ ਜੁਗ ਥਾਈ, ਘਟੀ ਘੜੀ ਨੂੰ ਵੀ ਕਹਿੰਦੇ ਐ, ਘੜੀ ਉੱਤੇ ਬੀਤ ਗਈ ਸੀ। ਬੁੱਧਵਾਰ ਦਿਨੇ ਬੁੱਧ ਆਇਓ, ਤੇ ਬੁੱਧਵਾਰ ਦਾ ਦਿਨ ਸੀ। ਇਹ ਭਾਈ ਸਭ ਨੂੰ ਬੁੱਧੀ ਦੇਣ ਵਾਸਤੇ ਆਏ ਹਨ। ਇਸ ਸਮ ਨਾਹੇ ਕੋ ਜਗ ਥਾਇਓ, ਇਹਦੇ ਵਰਗਾ ਕੋਈ ਵੀ ਜਗਤ ਵਿੱਚ ਨਹੀਂ ਹੈ। ਨਹਿ ਸਮ ਇਸ ਅਵਤਾਰੂ ਕੋ, ਜਾਣਦੇ ਆਪਣੇ ਜੋਤਿਸ਼ ਵਿਦਿਆ ਨਾਲ ਉਹਨੇ ਆਪਣੇ ਮੁਤਾਬਕ ਜਿੰਨਾ ਕੁ ਉਹਨੂੰ ਗਿਆਨ ਸੀ ਕਿ ਇਸ ਨਹਿ ਸਮ ਇਸ ਅਵਤਾਰੂ ਕੋ, ਇਹਦੇ ਵਰਗਾ ਹੋਰ ਬੇਅੰਤ ਅਵਤਾਰ ਵੀ ਆਏ ਨੇ ਜਿਹੜੇ, ਉਹ ਵੀ ਇਹਦੇ ਬਰਾਬਰ ਇਹਦੇ ਵਰਗੇ ਨਹੀਂ ਹਨ। ਵੱਡੇ ਭਾਗ ਕਾਲੂ ਕੇ ਹੋ, ਇਹ ਜਾਣਿਆ ਕਿ ਬਾਬੇ ਕਾਲੂ ਦੇ ਬਹੁਤ ਵੱਡੇ ਭਾਗ ਹਨ। ਕਹਿ ਦਿਜ ਗੋਬਿੰਦ ਨੇ ਭਵ ਲੀਨੋ, ਸਾਰਾ ਕੁਝ ਵਿਚਾਰ ਕੇ ਫਿਰ ਪੰਡਤ ਕਹਿਣ ਲੱਗਿਆ ਵੀ ਇਹ ਤੇ ਅਵਤਾਰਾਂ ਦੇ ਵੀ ਮੈਂ ਲੱਛਣ ਜਾਣਦਾ, ਤਾਂ ਅਵਤਾਰ ਵੀ ਨਹੀਂ ਬਰਾਬਰ, ਅਵਤਾਰਾਂ ਤੋਂ ਵੀ ਉੱਪਰ ਹੈ। ਇਹ ਤਾਂ ਕਹਿ ਦਿਜ, ਪੰਡਤ ਹਰਦਿਆਲ ਕਹਿੰਦਾ ਗੋਬਿੰਦ ਨੇ ਭਵ ਲੀਨੋ, ਇਹ ਤਾਂ ਗੋਬਿੰਦ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਜਗਤ ਉਧਾਰਨ ਲੱਛਣ ਚੀਨੋ, ਇਹ ਜੋ ਮੈਂ ਸਾਰੇ ਬਾਲਕ ਦੇ ਲੱਛਣ ਵੇਖੇ ਐ, ਇਹ ਜਾਣੇ ਨੇ ਕਿ ਜਗਤ ਦਾ ਉਧਾਰ ਕਰਨ ਵਾਲਾ ਹੈ। ਆਤ ਪਤਰ ਇਸ ਸੀਸ ਚੁਲਹਾਰੇ, ਇਹਦੇ ਸੀਸ ਉੱਤੇ ਚੌਰ ਛਤਰ ਜਿਹੜੇ ਐ ਉਹ ਝੁੱਲਣਗੇ। ਪੁਰਬੀ ਨਿਸਾ ਜਨਮ ਭਇਓ ਬਾਰੇ, ਕਿਉਂਕਿ ਪੁਰਬੀ ਰਾਤ ਨੂੰ ਇਸ ਦਾ ਜਿਹੜਾ ਹੈ ਉਹ ਜਨਮ ਹੋਇਆ ਹੈ, ਅਵਤਾਰ ਹੋਇਆ। ਪੁਰਬੀ ਕੱਤਕ ਦੀ ਪੂਰਨਮਾਸੀ ਪੁਰਬ ਜਿਹੜਾ ਸੀ। ਏਕ ਦਿਖਾਹੀ ਏਕ ਜਪਾਹੀ, ਫਿਰ ਇਹ ਵੀ ਅੰਦਾਜ਼ਾ ਲਾ ਲਿਆ ਵਿਦਿਆ ਮੁਤਾਬਕ, ਇੱਕ ਉਂਗਲ ਖੜੀ ਕੀਤੀ ਸੀ। ਉਹਦਾ ਭਾਵ ਹੈ ਕਿ ਇਹ ਇੱਕ ਦੇ ਹੀ ਸਭ ਨੂੰ ਦਰਸ਼ਨ ਕਰਵਾਵੇਗਾ, ਇੱਕ ਦਾ ਹੀ ਨਾਮ ਜਪਾਵੇਗਾ। ਕਰ ਹੈ ਦਿਗ ਵਿਜੈ ਸੰਸੈ ਨਾਹੀ, ਫਿਰ ਦਿਗ ਵਿਜੈ, ਦਿਗ ਵਿਜੈ ਕਹਿੰਦੇ ਨੇ ਜਿਹੜਾ ਸਾਰੇ ਜਗਤ ਨੂੰ ਜਿੱਤ ਲਵੇ, ਉਹਨੂੰ ਕਿਹਾ ਜਾਂਦਾ ਦਿਗ ਵਿਜੈ। ਇਸ ਤਰ੍ਹਾਂ ਇਹ ਸਾਰੇ ਜਗਤ ਦਾ ਜੇਤੂ ਹੋਵੇਗਾ, ਇਹਦੇ ਵਿੱਚ ਕੋਈ ਸੰਸ਼ੇ ਵਾਲੀ ਗੱਲ ਨਹੀਂ ਹੈ। ਦਰਸ਼ਨ ਕੀ ਔਰ ਲਾਲਸ ਕੀਨੀ, ਫਿਰ ਪੰਡਤ ਹਰਦਿਆਲ ਨੇ ਹੁਣ ਦਾਈ ਤੋਂ ਪੁੱਛ ਕੇ ਸਾਰਾ ਕੁਝ ਲੱਛਣ ਲਾਤੇ। ਫਿਰ ਮਨ ਵਿੱਚ ਹਿਰਦੇ ਵਿੱਚ ਲਾਲਸਾ ਕੀਤੀ ਵੀ ਮੈਨੂੰ ਵੀ ਉਸ ਬਾਲਕ ਦੇ ਦਰਸ਼ਨ ਕਰਵਾਓ। ਦੇਹ ਸਫਲ ਆਪਣੀ ਦਿਜ ਚੀਨੀ, ਪੰਡਤ ਨੇ ਇਹ ਜਾਣਿਆ ਵੀ ਜੇ ਮੈਨੂੰ ਦਰਸ਼ਨ ਹੋ ਜਾਣ, ਮੇਰਾ ਵੀ ਜਿਹੜਾ ਸਰੀਰ ਹੈ, ਮੇਰੀ ਵੀ ਜ਼ਿੰਦਗੀ ਸਫਲ ਹੋ ਜਾਵੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇਤ ਇੱਥੇ ਭਾਈ ਹੁਣ ਜਿਹੜਾ ਹੈ ਇਹ ਜਿਵੇਂ ਆਪਾਂ ਅਧਿਆਏ ਸਮਾਪਤੀ ਹੁੰਦੀ ਹੈ,
ਇਹ ਜਾਣੋ ਦੁਤੀਆ ਮੰਦਰ ਕਿਹਾ, ਜਿਵੇਂ ਇੱਕ ਮਹੱਲੇ ਵਿੱਚ, ਕਿਉਂਕਿ ਉਸ ਤਰ੍ਹਾਂ ਨਾਂ ਰੱਖਿਆ ਨਾ, ਵੰਡ ਕੀਤੀ ਹੈ। ਭਾਈ ਇੱਥੇ ਕਹਿੰਦੇ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ, ਪਹਿਲੇ ਮਹੱਲਾ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਨਾਨਕ ਦੇ ਪਹਿਲੇ ਪਾਤਸ਼ਾਹ ਅਵਤਾਰ ਪ੍ਰਸੰਗ ਵਰਣਨ, ਉਹਨਾਂ ਦੇ ਅਵਤਾਰ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਦੁਤੀਓ ਮੰਦਰ ਹੈ। ਕਹਿੰਦੇ ਇਹ ਜਾਣੋ ਭਾਈ ਪਹਿਲੇ ਮਹੱਲੇ ਦਾ ਦੂਜਾ ਮੰਦਰ ਹੈ, ਦੂਸਰਾ ਘਰ ਹੈ। ਭਾਵੇਂ ਇੱਥੇ ਦੂਜਾ ਪ੍ਰਸੰਗ ਸਮਾਪਤ ਹੁੰਦਾ ਹੈ। ਦੋਹਰਾ ਅੱਗੇ ਹੁਣ ਤੀਜਾ ਪ੍ਰਸੰਗ ਅੱਗੇ ਦੱਸਦੇ ਨੇ। ਕਾਲੂ ਸੋ ਪੁਨ ਦਿਜ ਕਹੀ, ਬਾਲਕ ਮੋਹਿ ਦਿਖਾਏ। ਬਾਬਾ ਕਾਲੂ ਜੀ ਨੂੰ ਫਿਰ ਪੰਡਤ ਹਰਦਿਆਲ ਨੇ ਕਿਹਾ ਵੀ ਮੈਨੂੰ ਬਾਲਕ ਦੇ ਦਰਸ਼ਨ ਕਰਵਾ ਦਿਓ। ਸੁਨ ਕਰ ਦਾਈ ਦੌਲਤਾਂ, ਲੀਨੀ ਤਬਹਿ ਬੁਲਾਏ। ਤਾਂ ਇਹ ਸੁਣ ਕੇ ਫੇਰ ਬਾਬਾ ਕਾਲੂ ਜੀ ਨੇ ਦਾਈ ਦੌਲਤਾਂ ਨੂੰ ਆਪਣੇ ਕੋਲ ਸੱਦਿਆ ਹੈ। ਚੌਪਈ ਬਾਲਕ ਆਨੋ ਬਿਪਰ ਸੋ ਪਾਸਾ। ਕਿਹਾ ਬਾਬਾ ਕਾਲੂ ਜੀ ਨੇ, ਹੇ ਦੌਲਤਾਂ ਦਾਈ, ਬਾਲਕ ਨੂੰ ਬ੍ਰਾਹਮਣ ਦੇ ਕੋਲ ਲੈ ਕੇ ਆਓ। ਦਾਈ ਗਈ ਸੁਨ ਮਦ ਅਵਾਸਾ। ਦੌਲਤਾਂ ਦਾਈ ਸੁਣ ਕੇ ਮਦ ਅਵਾਸਾ, ਆਵਾਸ ਕਹਿੰਦੇ ਨੇ ਘਰ ਨੂੰ, ਮੱਧ ਕੀ ਵਿੱਚ ਭਾਵ ਕਮਰੇ ਘਰ ਦੇ ਅੰਦਰ ਗਈ ਹੈ। ਜਾਚੋ ਬਾਲਕ ਜਨਨ ਨ ਦੇ। ਤੇ ਜਾ ਕੇ ਬਾਲਕ ਮੰਗਿਆ ਵੀ ਮੈਨੂੰ ਬਾਲਕ ਫੜਾਓ, ਮੈਂ ਬਾਹਰ ਲੈ ਕੇ ਜਾਣਾ ਹੈ। ਜਨਨ ਨਾ ਦੇਈ, ਮਾਤਾ ਤ੍ਰਿਪਤਾਂ ਬਾਲਕ ਨੂੰ ਨਹੀਂ ਦਿੰਦੇ ਹਨ। ਜਿਉ ਕਿਰਪਨ ਧਨ ਪ੍ਰੀਤ ਰਖੇ। ਜਿਵੇਂ ਕਹਿੰਦੇ ਕੰਜੂਸ ਬੰਦਾ, ਉਹਨੂੰ ਕੋਦੋਂ ਧਨ ਮੰਗ ਕੇ ਤਾਂ ਦਿਖਾਓ, ਉਹ ਨਹੀਂ ਦਿੰਦਾ। ਇਸ ਕਰਕੇ ਕਹਿੰਦੇ ਭਾਈ ਇੱਕ ਪ੍ਰਮਾਣ ਦਿੱਤਾ ਹੈ। ਜਿਉ ਕਿਰਪਨ ਧਨ ਪ੍ਰੀਤ ਰਖੇ। ਕਹਿੰਦੇ ਜਿਵੇਂ ਕੰਜੂਸ ਧਨ ਦੀ ਪ੍ਰੀਤੀ ਰੱਖਦਾ, ਕੋਲੋਂ ਨਹੀਂ ਕਿਸੇ ਨੂੰ ਦੇ ਕੇ ਰਾਜੀ। ਕਹੈ ਸਰਦ ਰੁੱਤ ਸਰਦੀ ਲਾਗੈ। ਮਾਤਾ ਤ੍ਰਿਪਤਾਂ ਕਹਿੰਦੇ ਦੌਲਤਾਂ ਸਰਦੀ ਦੀ ਰੁੱਤ ਹੈ, ਬਾਲਕ ਨੂੰ ਠੰਡ ਲੱਗ ਜਾਵੇਗੀ। ਮਿਰਦਲ ਬਾਲ ਬਾਹਰ ਕਸ ਮਾਗੈ ਹੈ। ਮਿਰਦਲ ਕਹੀਏ ਕੋਮਲ, ਬਾਲਕ ਅਜੇ ਬਹੁਤ ਕੋਮਲ ਹੈ, ਬਾਹਰ ਕਿਸ ਵਾਸਤੇ ਮੰਗ ਰਹੇ ਹੋ। ਬਾਹਰੋ ਪੰਡਤ ਬਾਰੰਬਾਰਾ। ਪਰ ਫਿਰ ਵੀ ਪੰਡਤ ਹਰਦਿਆਲ ਜੋ ਹੈ ਉਹ ਬਾਰ-ਬਾਰ ਜਾਚਿਓ ਦਇਓ ਤਾਤ ਅਤ ਪਿਆਰਾ। ਜਦੋਂ ਬਾਰ-ਬਾਰ ਕਿਹਾ ਤਾਂ ਭਾਈ ਅਤੀ ਪਿਆਰਾ ਬਾਲਕ ਪੁੱਤਰ ਤਾਤ ਮਾਤਾ ਤ੍ਰਿਪਤਾ ਨੇ ਦੌਲਤਾਂ ਨੂੰ ਫੜਾਇਆ ਹੈ। ਲੈ ਕਰ ਦੌਲਤ ਬਾਹਰ ਆਈ। ਦੌਲਤਾਂ ਦਾਈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਰੀਰ ਸਰੂਪ ਬਾਲਕ ਰੂਪ ਵਿੱਚ ਹੈ, ਲੈ ਕੇ ਮਹਾਰਾਜ ਨੂੰ ਬਾਹਰ ਆਈ ਹੈ। ਮੁਖ ਸੁੰਦਰ ਜਹ ਅਤੀ ਸੁਹਾਈ। ਬਹੁਤ ਹੀ ਸੁੰਦਰ ਮੁਖੜਾ ਹੈ ਤੇ ਬਹੁਤ ਹੀ ਅਤ ਸੋਭਦਾ ਹੈ। ਲਗ ਤਨ ਜੋਤ ਵਿਸਾਲ ਬਿਰਾਗੈ ਹੈ। ਸਰੀਰ ਛੋਟਾ ਹੈ, ਲਗ ਤਨ ਛੋਟਾ ਸਰੀਰ ਹੈ, ਜੋਤ ਵਿਸਾਲ ਬਿਰਾਗੈ। ਪਰ ਜਿਹੜੀ ਜੋਤੀ ਹੈ ਨਾ, ਗੁਰੂ ਜੋਤੀ ਪਰਮੇਸ਼ਰ ਦਾ ਸਰੂਪ, ਤੇ ਬਹੁਤ ਵਿਸਾਲ ਹੈ। ਜਿਉ ਬਟ ਅਖੈ ਰੂਪ ਲਗ ਛਾਜੈ। ਕਹਿੰਦੇ ਉਹ ਹੈ ਜਿਵੇਂ ਬਟ, ਜਿਉ ਬਟ ਅਖੈ, ਜਿਵੇਂ ਅਖੈ ਬਟ ਹੁੰਦਾ। ਬਰੋਟੇ ਦਾ ਬੀਜ ਤਾਂ ਛੋਟਾ ਜਿਹਾ ਹੁੰਦਾ ਨਾ, ਪਰ ਸਿਆਣੇ ਪੁਰਸ਼ ਨੂੰ ਪਤਾ ਹੈ ਉਹਦੇ ਵਿੱਚ ਰੂਪ ਲਗ ਛਾਜੈ, ਉਹ ਛੋਟਾ ਜਿਹਾ ਰੂਪ ਹੈ ਤੇ ਪਰ ਬਹੁਤ ਵੱਡਾ ਬਰੋਟਾ ਹੁੰਦਾ ਹੈ ਉਹਦੇ ਵਿੱਚ। ਪਰ ਉਹ ਗੁਰਮੁਖੋ ਜਦੋਂ ਬੀਜਿਆ ਗਿਆ ਧਰਤੀ 'ਚ ਫਿਰ ਪਤਾ ਲੱਗਦਾ ਹੈ। ਇਸ ਤਰ੍ਹਾਂ ਸਰੀਰ ਭਾਵੇਂ ਛੋਟਾ ਹੈ, ਪ੍ਰਕਾਸ਼ ਸ਼ਕਤੀ ਆਬਾ ਬੇਅੰਤ ਹੈ। ਦੋਹਰਾ
ਦੇਜਬਰ ਆਤਮਤਵਾਨ ਮਨ ਸਰਬ ਚਿਹਨ ਪਹਿਚਾਨ। ਪੰਡਤ ਨੇ, ਦੇਜਬਰ ਨੇ, ਜੋ ਅਤੀ ਬੁੱਧੀਵਾਨ ਹੈ, ਉਹਨੇ ਮਨ ਦੇ ਵਿੱਚ ਹੁਣ ਸਾਰੇ ਚਿਹਨ ਜਿਹੜੇ ਸਨ, ਲੱਛਣ, ਉਹ ਪਹਿਚਾਣ ਲਏ। ਹੇਰਤ ਔਰ ਹਰਖਤ ਸਰਸ ਠਾਡਾ ਭਇਓ ਸੋ ਜਾਨ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਹੇਰਤ ਔਰ ਹਰਖਤ, ਹਿਰਦੇ ਤੋਂ ਬਹੁਤ ਹੀ ਖੁਸ਼ ਹੋਇਆ। ਸਰਸ, ਸਰਸ ਕਹੀਏ ਬਹੁਤਾ, ਅਧਿਕ ਜਾਦੇ। ਇਸ ਤਰ੍ਹਾਂ ਠਾਡਾ ਭਇਓ ਸੁਜਾਨ, ਸਿਆਣਾ ਸੀ, ਇਸ ਕਰਕੇ ਹੱਥ ਬੰਨ ਕੇ ਖੜਾ ਹੋ ਗਿਆ ਹੈ। ਚੌਪਈ ਪੁਲਕਿਓ ਪਰਮ ਪ੍ਰੇਮ ਮੇ ਮਨੁਆ, ਬਹੁਤ ਹੀ ਪ੍ਰੇਮ ਵਿੱਚ ਮਨ ਭਿੱਜ ਗਿਆ ਤੇ ਪੁਲਕਾਵਲੀ ਖਰੋਮ ਖੜੇ ਹੋ ਗਏ ਪ੍ਰੇਮ ਵਿੱਚ। ਬੰਧਨ ਕਰ ਜਾਣਿਓ ਨਿਜ ਧਨੁਆ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਬੰਦਨਾ ਕੀਤੀ ਪੰਡਤ ਹਰਦਿਆਲ ਨੇ ਤੇ ਆਪਣੇ ਆਪ ਨੂੰ ਧਨਵਾਨ, ਧਨਤਾ ਜੋਗ ਜਾਣਿਆ ਹੈ। ਜਿਉ ਜਨ ਇਸ਼ਟ ਦੇਵ ਕੋ ਦੇਖੀ, ਜਿਵੇਂ ਕਹਿੰਦੇ ਭਾਈ ਜਿਹੜਾ ਕੋਈ ਭਗਤੀ ਕਰਦਾ, ਸੇਵਕ ਜਨ ਜਿਸ ਵੀ ਇਸ਼ਟ ਦੀ ਭਗਤੀ ਕਰਦਾ ਤੇ ਜਦੋਂ ਉਹਦਾ ਇਸ਼ਟ ਉਹਨੂੰ ਦਰਸ਼ਨ ਦੇ ਦੇਵੇ ਕਿੰਨੀ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਜਿਵੇਂ ਭਗਤ ਸੇਵਕ ਆਪਣੇ ਇਸ਼ਟ ਦੇਵ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਤਿਉ ਔਰ ਮੇ ਭਾ ਮੋਦ ਬਸੇਖੀ। ਇਸੇ ਤਰ੍ਹਾਂ ਪੰਡਤ ਹਰਦਿਆਲ ਆਪਣੇ ਹਿਰਦੇ ਤੋਂ ਬਹੁਤ ਹੀ ਜ਼ਿਆਦਾ ਬਸੇਖੀ, ਕਹੀਏ ਬਹੁਤ ਮੋਦ ਨਾਮ ਖੁਸ਼ੀ ਦਾ, ਆਨੰਦ ਦਾ, ਬਹੁਤ ਖੁਸ਼ ਆਨੰਦ ਵਿੱਚ ਹੋਇਆ। ਸਭ ਅੰਗਨ ਕੇ ਸੁੰਦਰ ਲੱਛਣ, ਫਿਰ ਨਿਗਾਹ ਮਾਰਦਾ ਸਾਰੇ ਅੰਗਨ ਕਹੀਏ ਸਰੀਰ ਦੇ ਜਿਹੜੇ ਲੱਛਣ ਨੇ ਉਹ ਬਹੁਤ ਸੁੰਦਰ ਹਨ। ਲੱਗਿਓ ਬਿਲੋਕਨ ਵਿਪਰ ਵਿਚੱਛਨ, ਵਿਚੱਛਨ ਕਹਿੰਦੇ ਨੇ ਸਿਆਣੇ, ਬੁੱਧਵਾਨ, ਚਲਾਕ, ਚਤੁਰ ਨੂੰ। ਸਿਆਣਾ, ਚਤੁਰ, ਬੁੱਧਵਾਨ ਜਿਹੜਾ ਵਿਪਰ ਪੰਡਤ ਹਰਦਿਆਲ ਹੈ, ਉਹ ਲੱਗਿਓ ਬਿਲੋਕਨ ਵਿਪਰ ਵਿਚੱਛਨ, ਬਿਲੋਕਨ ਕਹੀਏ ਦੇਖਣ ਲੱਗਿਆ। ਅਰਨ ਚਰਨ ਬਰ ਮਿਰਦਲ ਸੁਹਾਵੈ, ਅਰਨ ਨਾਮ ਹੈ ਲਾਲ ਦਾ, ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਲਾਲ ਹੈ। ਬਰ ਮਿਰਦਲ ਸੁਹਾਵੈ, ਤੇ ਬਹੁਤ ਹੀ ਕੋਮਲ ਸੋਭਦੀਆਂ ਨੇ। ਭੁਜ ਆ ਜਾਨ ਕੰਧ ਉੱਚ ਭਾਵੈ, ਭੁਜ ਆ ਜਾਨ, ਆ ਜਾਨ ਕਈ ਲੰਮੀ ਹੈ, ਜਿਵੇਂ ਜਾਪ ਸਾਹਿਬ ਪੜ੍ਹਦੇ ਨੇ, ਆ ਜਾਨ ਬਾਹ, ਵੀ ਪਰਮੇਸ਼ਰ ਦੀਆਂ ਜਿਹੜੀਆਂ ਬਾਹਾਂ ਨੇ ਉਹ ਆ ਜਾਨ ਲੰਮੀ ਹੈ। ਤੇ ਭੁਜ ਆ ਜਾਨ, ਲੰਮੀਆਂ ਬਾਹਾਂ ਹਨ। ਕੰਧ ਉੱਚ ਭਾਵੈ, ਜਿਹੜੇ ਮੋਢੇ ਹੈ ਇਹ ਵੀ ਉੱਚੇ ਭਾਵ ਦੇ, ਸੋਭਦੇ ਨੇ। ਔਰ ਆਯੁਤ ਮੁਖ ਚੰਦ ਪਿਰਾਮਾ, ਫਿਰ ਉਰ ਨਾਮ ਹੈ ਛਾਤੀ ਦਾ। ਔਰ ਆਯੁਤ, ਜਿਹੜੀ ਛਾਤੀ ਹੈ ਆਯੁਤ ਹੈ, ਚੌੜੀ ਹੈ। ਮੁਖ ਚੰਦ ਪਿਰਾਮਾ, ਜਿਹੜਾ ਮੁਖੜਾ ਹੈ ਉਹ ਬਹੁਤ ਹੀ ਸੁੰਦਰ ਚੰਦਰਮਾ ਵਾਂਗ ਹੈ। ਦਹਿਨੇ ਚਮਰ ਛਤਰ ਕਰ ਬਾਮਾ, ਦਹਿਨੇ ਚਮਰ, ਦਹਿਨਾ ਕਹਿੰਦੇ ਨੇ ਸੱਜੇ ਨੂੰ, ਬਾਮ, ਬਾਮ ਕਹਿੰਦੇ ਨੇ ਖੱਬਾ। ਤੇ ਸੱਜੇ ਹੱਥ ਦੇ ਉੱਤੇ ਜਿਹੜਾ ਹੈ ਚਵਰ, ਚੌਰ ਦੀ ਰੇਖਾ ਹੈ। ਦਹਿਨੇ ਚਮਰ ਛਤਰ ਕਰ ਬਾਮਾ, ਖੱਬੇ ਹੱਥ ਤੇ ਛਤਰ ਦੀ ਰੇਖਾ ਹੈ। ਸੁਨ ਕਾਲੂ ਸੁਤ ਤੋਹੇ ਬਚੱਛਨ, ਤੇ ਇਸ ਤਰ੍ਹਾਂ ਕਹਿਣ ਲੱਗੇ, ਹੇ ਬਾਬਾ ਕਾਲੂ ਸੁਣ, ਪੰਡਤ ਹਰਦਿਆਲ ਕਹਿੰਦਾ, ਸੁਤ ਤੋਹੇ ਬਚੱਛਨ, ਤੇਰਾ ਜਿਹੜਾ ਪੁੱਤਰ ਹੈ ਨਾ ਬਚੱਛਨ, ਬਹੁਤ ਹੀ ਬਚੱਛਨ ਦੇ ਅਰਥ ਪਹਿਲਾਂ ਪੰਡਤ ਦੇ ਨਾਲ ਵੀ ਇਹ ਸ਼ਬਦ ਲਾਇਆ, ਭਾਵ ਚਤੁਰ, ਸਿਆਣਾ, ਚਲਾਕ, ਇਸ ਤਰ੍ਹਾਂ ਦੇ ਜਿਹੜੇ ਹੈ ਸ਼ਬਦ। ਬਚੱਛਨ ਬਹੁਤ ਹੀ ਸਿਆਣਾ। ਇਸਮੇ ਲਖੀਅਤ 3200 ਲੱਛਣ, ਜਿਵੇਂ ਇਸਤਰੀ ਵਿੱਚ 32 ਲੱਖਣ ਹੁੰਦੇ ਨੇ ਨਾ, ਅਵਤਾਰਾਂ ਵਿੱਚ ਵੀ ਇਉਂ ਲੱਖਣ ਦੱਸੇ ਆ, ਕਿਸੇ ਚ ਕਿੰਨੇ, ਕਿਸੇ ਚ ਕਿੰਨੇ। ਤੇ ਜਿਹੜਾ
ਜੋਤਿਸ਼ ਵਾਲੇ ਕਹਿੰਦੇ ਨੇ ਵੀ ਜੋ ਵੱਧ ਤੋਂ ਵੱਧ 32 ਹੁੰਦੇ ਆ। ਉਹਨੇ ਆਪਣੇ ਹਿਸਾਬ ਨਾਲ ਪੰਡਤ ਨੇ ਲਾ ਕੇ ਦੱਸਿਆ ਵੀ ਬਾਬਾ ਕਾਲੂ ਜੀ ਤੁਹਾਡੇ ਪੁੱਤਰ ਵਿੱਚ 32 ਲੱਛਣ ਜਿਹੜੇ ਆ ਉਹ ਲਖੀਅਤ ਜਾਣੇ ਜਾਂਦੇ ਹਨ। ਦੋਹਰਾ ਸੰਤਰੇਨ ਨਿਜ ਕਿਰਪਾ ਸੋ 32 ਸੋ ਲੱਛਣ ਜੌਨ। ਹੁਣ ਇੱਥੇ ਇੱਕ ਗੱਲ ਧਿਆਨ ਰੱਖਣੀ ਨਾਲ ਦੀ ਨਾਲ ਕਿ ਸੰਤਰੇਨ ਕਵੀ ਸ੍ਰੀਮਾਨ ਪ੍ਰੇਮ ਸਿੰਘ ਜੀ ਇਹ ਕਥਾ ਸੁਣਾਈ ਜਾਂਦੇ ਆ ਤੇ ਲਿਖਵਾਈ ਜਾਂਦੇ ਨੇ। ਹੋਰ ਸਰੋਤੇ ਵੀ ਸੁਣਦੇ ਤੇ ਉਹਨਾਂ ਵਿੱਚੋਂ ਮੁੱਖ ਸਰੋਤੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹ ਸੁਣ ਰਹੇ ਆ। ਹੁਣ ਉਹਨਾਂ ਦੀ ਗੱਲ ਆ ਗਈ ਦੋਹਰਾ ਸੰਤਰੇਨ ਨਿਜ ਕਿਰਪਾ ਸੋ 32 ਸੋ ਲੱਛਣ ਜੌਨ। ਬਾਬਾ ਪ੍ਰੇਮ ਸਿੰਘ ਜੀ ਕਹਿਣ ਲੱਗੇ ਹੇ ਸੰਤਰੇਨ ਪ੍ਰੇਮ ਸਿੰਘ ਆਪਣੀ ਕਿਰਪਾ ਦੇ ਨਾਲ ਨਿਜ ਕਿਰਪਾ ਸੋ 32 ਸੋ ਲੱਛਣ ਜੌਨ। ਜਿਹੜੇ 32 ਲੱਛਣ ਹਨ ਲਾਲਸ ਮੋਹੇ ਮਨ ਭਈ ਦੇਖ ਰਾਵੋ ਸੁਖ ਪਾਉਣ। ਮੇਰੇ ਮਨ ਵਿੱਚ ਇਹ ਲਾਲਸਾ ਚਾਹਨਾ ਹੋ ਗਈ ਵੀ ਉਹ 32 ਲੱਛਣ ਜਿਹੜੇ ਹਨ ਉਹ ਸਾਰੇ ਦੱਸੋ ਕਿਹੜੇ ਹੁੰਦੇ ਹਨ। ਕਬਿੱਤ ਹੁਣ ਅੱਗੇ ਇੱਕ ਕਬਿੱਤ ਦੇ ਵਿੱਚ ਸੰਤਰੇਣ ਜੀ ਨੇ 32 ਲੱਛਣ ਦੱਸੇ ਹਨ। ਸੁੰਦਰ ਸੁਲੱਜ ਸੁਧੀ ਸਾਹਸੀ ਸੁਹਿਰਦ ਸਾਚੋ। ਹੁਣ ਇਹ ਗਿਣੀ ਚੱਲਣੇ ਆ। ਸੁੰਦਰ ਪਹਿਲਾ ਗੁਣ ਹੈ ਲੱਛਣ ਹੈ ਸੁੰਦਰ ਨੇ ਸਾਰੇ ਚੰਗੇ ਸਭ ਪਾਸੇ ਤੋਂ ਸੁੰਦਰ ਹੈ। ਸੁਲੱਜ ਸੁਲੱਜ ਕੀ ਹੈ ਸੁਹਿਰਦ ਬੰਦਾ ਬੜਾ ਸ੍ਰੇਸ਼ਟ ਲੱਜਿਆ ਵਾਲਾ ਹੈ ਵੀ ਉਹੀ ਨਹੀਂ ਹੈ ਬੇਸ਼ਰਮ ਜਿਹਾ ਨਹੀਂ ਇਹ ਵੀ ਇੱਕ ਲੱਛਣ ਹੈ। ਸ੍ਰੇਸ਼ਟ ਲੱਜਿਆ ਵਾਲਾ ਕਿੱਥੇ ਕਿਵੇਂ ਬਹਿਣਾ ਕੀ ਕਰਨਾ ਕਿਵੇਂ ਗੱਲ ਕਰਨੀ ਹੈ ਇਸ ਤਰ੍ਹਾਂ ਸੁਹਿਰਦ ਹੈ। ਤੇ ਤੀਜਾ ਹੈ ਸੁਧੀ। ਸੁਧੀ ਦਾ ਅਰਥ ਹੈ ਸ਼ੁੱਧ ਸਰੂਪ ਹੈ ਭਾਵ ਸ਼ੁੱਧ ਹੈ ਪਵਿੱਤਰ ਸੱਚਾ ਹੈ। ਸਾਹਸੀ ਸੁਹਿਰਦ ਸਾਚੋ ਫਿਰ ਸਾਹਸੀ ਹੈ ਇਹ ਨਹੀਂ ਆਲਸੀ ਜਿਹਾ ਨਹੀਂ ਹੈ। ਸਾਹਸੀ ਕਹੀਏ ਸੂਰਮ ਗਤੀ ਵਾਲਾ ਹਰ ਗੱਲ ਨੂੰ ਸਾਹਸ ਹੈ। ਕਿਸੇ ਵੀ ਕਾਰਜ ਵਿੱਚ ਕਈਆਂ ਚ ਹੁੰਦਾ ਬੜਾ ਸਾਹਸ ਹੁੰਦਾ। ਸਾਹਸੀ ਇਹ ਚੌਥਾ ਲੱਛਣ ਹੁੰਦਾ 32 ਦੇ ਗਿਣਤ। ਸੁਹਿਰਦ ਸਾਚੋ ਫਿਰ ਕਹੀਏ ਵੀ ਜਿਹੜਾ ਸੁਹਿਰਦ ਹੈ ਚੰਗਾ ਸਾਵਧਾਨ ਰੂਪ ਹੈ ਸਾਵਧਾਨਤਾ ਵਿੱਚ ਰਹਿਣ ਵਾਲਾ ਹੈ ਤਿਆਰ ਵਰ ਤਿਆਰ ਸਾਚੋ। ਤੇ ਇਹ ਆ ਗਿਆ ਪੰਜਵਾਂ ਸਾਵਧਾਨਤਾ ਤੇ ਛੇਵਾਂ ਆ ਗਿਆ ਸੱਚਾ ਹੈ ਸੱਚਾ ਜੀਵਨ ਵਾਲਾ ਸੱਚਾ ਪੁਰਸ਼ ਇਹ ਵੀ ਇੱਕ ਲੱਛਣ ਹੁੰਦਾ ਹੈ। ਸੂਰੋ ਸੁਚ ਸਾਵਧਾਨ ਸ਼ਸਤਰਗੈ ਜਾਨੀਏ। ਫਿਰ ਅਗਲਾ ਹੈ ਸੂਰਮਾ ਸੂਰੋ ਸੁਚ ਸੁਚਮ ਰੱਖਣ ਵਾਲਾ ਤੇ ਸਾਵਧਾਨਤਾ ਸ਼ਸਤਰਗਿਆ ਜਾਨੀਏ। ਸ਼ਸਤਰਗਿਆ ਕਹੀਏ ਵੀ ਸ਼ਾਸਤਰਾਂ ਦਾ ਗਿਆਤਾ ਜਾਣ ਲੋ ਇਉਂ ਚੰਗਾ ਸੂਰਮਾ ਇਹ ਭਾਈ ਛੇਵਾਂ ਲੱਛਣ ਹੈ। ਉਦਮੀ ਉਧਾਰ ਗੁਣ ਗ੍ਰਾਹੀ ਓ ਗੰਭੀਰ ਲਾਲ। ਫਿਰ ਸੱਤਵਾਂ ਲੱਛਣ ਹੁੰਦਾ ਹੈ ਉਦਮੀ ਹੋਣਾ ਉਦਾਰ ਗੁਣ ਗ੍ਰਾਹੀ ਉਦਾਰ ਚਿੱਤ ਦਾਨੀ ਸੁਭਾਅ ਉਦਾਰ ਸਖੀ ਦਾਤਾ ਖੁੱਲ ਦਿਲਾ। ਤੇ ਇਹ ਆ ਗਿਆ ਅੱਠਵਾਂ ਗੁਣ ਗ੍ਰਾਹੀ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਕਿਤੋਂ ਵੀ ਗੁਣ ਮਿਲਣ ਉਹਨੂੰ ਗ੍ਰਹਿਣ ਕਰ ਲੈਣਾ ਇਹ ਨੌਵਾਂ ਲੱਛਣ ਹੁੰਦਾ ਹੈ। ਔ ਗੰਭੀਰ ਲਾਲ ਫਿਰ ਕਹੀਏ ਭਾਈ ਬਹੁਤ ਹੀ ਲਾਲ ਪ੍ਰੇਮ ਦੇ ਵਿੱਚ ਰਹਿਣ ਵਾਲਾ ਗੰਭੀਰਤਾ ਡੂੰਘੇ ਪ੍ਰੇਮ ਵਾਲਾ ਗੰਭੀਰ ਕਹੀਏ ਡੂੰਘਾ ਲਾਲ ਕੀ ਪ੍ਰੇਮ ਡੂੰਘੇ ਪ੍ਰੇਮ ਵਾਲਾ। ਸੁਧ ਮਨ ਧਰਮੀ ਛਿਮੀ ਸੋ ਤਵਤ ਗਿਆਨੀਏ। ਅੱਗੇ ਆ ਗਿਆ ਭਾਈ 11ਵਾਂ ਸ਼ੁੱਧ ਮਨ ਮਨ ਵੀ ਜਿਹੜਾ ਪਵਿੱਤਰ ਹੋਵੇ ਸ਼ੁੱਧ ਮਨ ਧਰਮੀ ਛਿਮੀ ਸੋ ਤਤਵ ਗਿਆਨੀਏ। ਤੇ 12ਵਾਂ ਲੱਛਣ ਹੈ ਧਰਮੀ ਧਰਮੀ ਜੀਵਨ ਵਾਲਾ। ਛੇਵੀਂ ਇਹ 13ਵਾਂ ਲੱਛਣ ਹੈ ਛਿਮਾ ਕਰਨ ਵਾਲਾ ਖਿਮਾਵਾਨ ਹੋਵੇ ਕਿਸੇ ਨੂੰ ਖਿਮਾ ਵੀ ਕਰ ਸਕਦਾ ਹੈ। ਇਸ ਤਰ੍ਹਾਂ ਤਤ ਗਿਆਨੀਏ ਇਹ ਤਤ ਗਿਆਨੀ ਹੋਵੇ
ਇੰਦਰੀ ਜਿਤ ਸਤਿਅਬ੍ਰਤੀ ਸੁਕ੍ਰਿਤੀ ਧ੍ਰਿਤੀ ਬਨੀਤ। ਅੱਗੇ ਆ ਗਿਆ ਭਾਈ 14ਵਾਂ ਇੰਦਰੀਆਂ ਦਾ ਜਿੱਤ। ਇੰਦਰੀਆਂ ਤੇ ਇੰਦਰ ਜਿੱਤ, ਇੰਦਰੀਆਂ ਨੂੰ ਜਿਹਨੇ ਜਿੱਤ ਲਿਆ ਉਸੇ ਨੂੰ ਕਹਿੰਦੇ ਇੰਦਰਜੀਤ। ਇੰਦਰੀਆਂ ਨੂੰ ਜਿੱਤਣ ਵਾਲਾ, ਜਿਹਨੇ ਇੰਦਰੀਆਂ ਨੂੰ ਕਾਬੂ ਕਰ ਲਿਆ। ਫਿਰ ਸਤਿਅਬ੍ਰਤੀ ਭਾਵ ਪਵਿੱਤਰਤਾ ਜੀਵਨ ਵਾਲਾ, ਸੁਕ੍ਰਿਤੀ ਸ੍ਰੇਸ਼ਟ ਕ੍ਰਿਤ ਕਰਨ ਵਾਲਾ, ਧ੍ਰਿਤੀ ਬਨੀਤ। ਤੇ ਇਸ ਤਰ੍ਹਾਂ ਭਾਈ ਧ੍ਰਿਤੀ ਬਨੀਤ ਭਾਵ ਨਿਮਰਤਾਵਾਨ, ਇਹ 16ਵਾਂ ਹੈ। ਤੇਜਸੀ ਦਿਆਲ ਪ੍ਰੀਤ ਹਰ ਸੋ ਪ੍ਰਮਾਨੀਏ। ਫਿਰ 17ਵਾਂ ਹੈ ਤੇਜਸਵੀ ਹੈ, ਦਿਆਲ। ਇਹ ਆ ਗਿਆ 18ਵਾਂ, ਦਿਆਲੂ ਸੁਭਾਅ ਵਾਲਾ ਹੈ। ਪ੍ਰੀਤ ਹਰ ਸੋ ਪ੍ਰਮਾਨੀਏ। ਤੇ ਅੱਗੇ ਆ ਗਿਆ ਵੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਵਾਲਾ, ਪ੍ਰੀਤਵਾਨ ਜਿਹੜਾ ਹੈ, ਇਹ 19ਵਾਂ ਲੱਛਣ ਹੈ। ਇਸ ਤਰ੍ਹਾਂ ਭਾਈ ਪ੍ਰਮਾਨੀਏ ਇਹ ਜਾਣੀਏ। ਲੋਭ ਛੋਭ ਹਿੰਸਾ ਕਾਮ ਕਪਟ ਗੁਰੂਰਤਾ ਨਾ। ਫਿਰ ਭਾਈ 20ਵਾਂ ਹੈ ਕਿ ਸੀਲ ਸੁਭਾਅ ਵਾਲਾ। ਅੱਗੇ ਆ ਗਿਆ ਲੋਭ ਛੋਭ ਹਿੰਸਾ ਕਾਮ ਕਪਟ ਗੁਰੂਰਤਾ ਨਾ। ਇਹ ਭਾਵ ਨਾ ਤਾਂ ਲੋਭ ਹੈ ਨਾ ਛੋਭ ਹੈ, ਭਾਵ ਲੋਭ ਨਹੀਂ ਸੀਲਵਾਨ ਹੈ, ਛੋਭ ਨਹੀਂ ਹੈ। ਲੋਭ ਨਹੀਂ ਹੈ ਭਾਵ ਸੰਤੋਖੀ ਹੈ, ਛੋਭ ਈਰਖਾ ਨਹੀਂ ਹੈ। ਇਹ 22ਵਾਂ ਆ ਗਿਆ ਪਰਉਪਕਾਰੀ ਹੈ। ਤੇ ਇਸ ਤਰ੍ਹਾਂ ਕਾਮ ਕਪਟ ਕਰੂਰਤਾ ਨਾ। ਫਿਰ ਭਾਈ 23ਵਾਂ ਆ ਗਿਆ ਵੀ ਹਿੰਸਾ। ਹਾਂ, ਹਿੰਸਾ ਨਹੀਂ ਹੈ, ਮਨ ਵਿੱਚ ਚਤੁਰ ਹੈ ਤੇ ਸ੍ਰੇਸ਼ਟ ਮਤ ਵਾਲਾ ਹੈ। ਇਹ ਵੀ ਜਿਹੜੇ 24ਵਾਂ 25ਵਾਂ ਹੈਗਾ ਜਪੀ ਹੈ ਤੇ 26ਵਾਂ ਤਪੀ ਹੈ। 27ਵਾਂ ਨਿੰਦਾ ਜਿਤ, ਕਿਸੇ ਦੀ ਨਿੰਦਾ ਨਹੀਂ ਕਰਦਾ। 28ਵਾਂ ਸਾਸੀ। ਤੇ ਇਸ ਤਰ੍ਹਾਂ ਜਿਹੜਾ ਹੈ 29ਵਾਂ ਸੰਸਕਾਰੀ। 30ਵਾਂ ਮਾਤਾ ਪਿਤਾ ਦਾ ਭਗਤ। 31ਵਾਂ ਜਤੀ। 32ਵਾਂ ਗਿਆਨੀ। ਇਸ ਤਰ੍ਹਾਂ ਭਾਈ ਇਹ ਲਿਖਦੇ ਵੀ ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ। ਨਾ ਲੋਭ ਹੈ, ਨਾ ਈਰਖ ਹੈ, ਨਾ ਹਿੰਸਾ ਹੈ, ਨਾ ਕਾਮ ਹੈ, ਨਾ ਕਪਟਤਾ ਹੈ, ਨਾ ਗਰੂਰਤਾ ਹੰਕਾਰ ਹੈ। ਲੱਛਣ 32 ਹਰੀ ਪ੍ਰੇਮ ਪਹਿਚਾਨੀਏ। ਹੇ ਬਾਬਾ ਪ੍ਰੇਮ ਸਿੰਘ ਬੇਦੀ ਜੀ, ਇਹ 32 ਲੱਛਣ ਹਨ ਜੋ ਤੁਸੀਂ ਪਹਿਚਾਣ ਲਓ। ਚੌਪਈ ਪੜਿਓ ਸਮੁੰਦਰਕ ਮੈਂ ਦਿਜ ਸੋਧਾ। ਇਉਂ ਜਿਹੜਾ ਪੰਡਤ ਹੈ ਉਹ ਕਹਿਣ ਲੱਗਿਆ ਵੀ ਮੈਂ ਸਮੁੰਦਰਕ ਗ੍ਰੰਥ ਪੜ੍ਹਿਆ, ਜਿਹੜਾ ਅਸਲ ਵਿੱਚ ਜੋਤਿਸ਼ ਦਾ ਗ੍ਰੰਥ ਹੈ ਉਹ ਸਮੁੰਦਰੀਕ ਗ੍ਰੰਥ ਹੈ ਇੱਕ। ਹੁਣ ਇਹ ਜਿਹੜੇ ਜੋਤਸ਼ੀ ਇਹ ਫਿਰਦੇ ਆ ਨਾ ਪਿੰਡਾਂ 'ਚ, ਇਹਨਾਂ ਨੂੰ ਨਹੀਂ ਪਤਾ ਹੈ। ਚੰਗੇ ਚੰਗੇ ਪੰਡਤਾਂ ਨੇ ਨਹੀਂ ਪੜ੍ਹਿਆ ਹੋਇਆ। ਅਸਲ ਵਿੱਚ ਉਹ ਜਿਹੜਾ ਪੜ੍ਹਿਆ ਹੋਵੇ ਨਾ ਸਮੁੰਦਰੀਕ ਗ੍ਰੰਥ, ਉਹ ਫਿਰ ਜਿਹੜਾ ਹੈ ਜਾਣਕਾਰ ਹੋ ਜਾਂਦਾ। ਉਹ ਫਿਰ ਪਖੰਡ ਨਹੀਂ ਕਰਦਾ, ਉਹ ਆਪਣੇ ਜੋਤਿਸ਼ ਨਾਲ ਰੇਖਾਵਾਂ ਦਾ ਇਹ ਸਾਰਾ ਚੱਕਰ ਜਾਣ ਲੈਂਦਾ। ਉਹ ਵਹਿਮਾਂ ਵੂਮਾਂ 'ਚ ਨਹੀਂ ਪਾਉਂਦਾ। ਜਿਵੇਂ ਹੁਣ ਇਹ ਕਹਿੰਦੇ ਤੇਰਾ ਤਾਂ ਜਿਹੜੇ ਇਸ ਤਰ੍ਹਾਂ ਜੋਤਸ਼ੀ ਫਿਰਦੇ ਆ, ਇਹ ਕਹਿੰਦੇ ਹੱਥ ਦਿਖਾ, ਹੱਥ ਦੇਖ ਕੇ ਐਵੇਂ ਕਰੀ ਜਾਣਗੇ, ਤੇਰੀ ਉਮਰ ਬਹੁਤ ਲੰਮੀ ਹੈ। ਪਹਿਲਾਂ ਹੀ ਕਹਿ ਦੇਣਾ, ਅਗਲੇ ਨੂੰ ਪੂਰਾ ਚੌੜਾ ਕਰ ਦੇਣਾ। ਉਹ ਐਂ ਹੁੰਦਾ ਵੀ ਹੁਣ ਆਪਾਂ ਮਰਦੇ ਹੀ ਨਹੀਂ, ਜੋਤਸ਼ੀ ਨੇ ਕਹਿਤਾ। ਤੇ ਕੋਈ ਗੱਲ ਪੁੱਛ ਲਿਓ ਬਈ ਉਮਰ ਲੰਮੀ ਤਾਂ ਤੂੰ ਦੱਸੀ ਨਾ, ਇਹ ਦੱਸ ਹੁਣ ਕਿੰਨੀ ਹੈ, ਸਹੀ ਦੱਸ ਪੂਰੀ। ਉਹ ਨਹੀਂ ਦੱਸ ਹੋਣੀ, ਐਵੇਂ ਅੰਦਾਜ਼ਾ ਲਾ ਗਿਆ, ਕੋਈ ਵੱਖਰੀ ਗੱਲ ਹੈ, ਉਹੀ ਕਹਿਤਾ। ਉਹ ਉਮਰ ਤੇਰੀ ਬੜੀ ਲੰਮੀ ਹੈ, ਫਿਰ ਨਾਲ ਹੀ ਤੂੰ ਸੁਭਾਅ ਦਾ ਬਹੁਤ ਚੰਗਾ ਹੈ, ਇਹ ਹੋਰ ਚੌੜਾ ਹੋ ਜਾਂਦਾ। ਤੂੰ ਸਾਰਿਆਂ ਦਾ ਭਲਾ ਕਰਦਾ ਹੈ, ਪਰ ਕਈ ਵਿੱਚ ਤੇਰੇ ਆਪਣੀ ਤੇਰਾ ਬੁਰਾ ਸੋਚਦੇ। ਆਹੀ ਬਿਮਾਰੀ ਨੇ ਸਾਨੂੰ ਮਾਰਿਆ ਹੋਇਆ। ਜਿੰਨੇ ਲਾ ਲਓ, ਕੋਈ ਵੀ, ਮੈਂ ਚੰਗਾ, ਮੈਂ ਭਰਾਵਾਂ ਦਾ ਚੰਗਾ ਕਰਤਾ, ਮੈਂ ਜਵਾਕਾਂ ਦਾ ਇਹ ਕਰਤਾ, ਪਰ ਮੇਰਾ ਨਹੀਂ ਕੋਈ ਰਿਸ਼ਤੇਦਾਰ ਚੰਗਾ ਸੋਚਦਾ। ਬਿਮਾਰੀ ਪਈ ਹੋਈ ਹੈ। ਇਹ ਕਹਿੰਦਾ ਮੈਂ ਜਿੰਨਾ ਚੰਗਾ ਕਰਤਾ ਉਹਨਾਂ ਕੋਈ, ਉਹ ਐਂ ਕਰਦਾ ਵੀ ਆਏ ਆ, ਪਰ ਆ ਇੱਕ ਕਹਿੰਦੇ ਬੜਾ ਬੁਰਾ ਸਮਾਂ ਆਉਣਾ ਤੇਰੇ ਤੇ। ਅੱਛਾ, ਇਹ ਫਿਰ ਸੋਚਦਾ ਹੈ ਵੀ ਹੁਣ ਤੱਕ ਤਾਂ ਸਾਰੇ ਚੰਗੇ ਹੋਈ ਸੀ ਗੱਲ, ਬੁਰਾ ਸਮਾਂ। ਹਾਂ, ਬੁਰਾ ਸਮਾਂ ਫਿਰ ਕੁਦਰਤੀ ਹੈ। ਡਰਿਆ ਬੰਦਾ ਜੇ ਤਾਂ ਭਾਈ ਮੂਹਰਿਓਂ ਇਹੋ ਜਿਹਾ ਹੋਵੇ ਵੀ ਚੱਲ ਮੇਰੇ ਤੇ ਤਾਂ ਜਿਹੜਾ ਬੁਰਾ ਆਉਣਾ ਪਹਿਲਾਂ ਤੇਰੇ ਡਾਂਗ ਫੇਰਦਾ, ਤੈਨੂੰ ਆਪਦੇ ਬੁਰੇ ਦਾ ਨਹੀਂ ਪਤਾ। ਪਰ ਉਹ ਗੱਲ ਇਹ ਹੈ, ਇਹ ਡਰ ਜਾਂਦਾ ਹੈ ਬੰਦਾ। ਕਹਿੰਦਾ ਬੁਰਾ ਸਮਾਂ, ਹਾਂ ਉਹਦਾ ਕੋਈ ਉਪਾਅ ਹੈਗਾ।
ਉਪਾਅ ਉਹਨਾਂ ਨੇ ਇਹੋ ਜਿਹਾ ਪੁੱਠਾ ਜਿਹਾ ਦੱਸਣਾ ਵੀ ਰਾਤ ਦੇ 12 ਵਜੇ 4 ਲੱਤਾ ਜਾਨਵਰ, ਇੱਕ ਸ਼ਰਾਬ ਦੀ ਬੋਤਲ, ਫਲਾਨੀਆਂ ਚਾਹੁੰਦੇ 2-3 ਚੀਜ਼ਾਂ ਇਹ ਭਾਵੇਂ ਚੌਂਕ 'ਚ ਰੱਖਣੀਆਂ। ਤੇ ਹੁਣ ਬੰਦਾ ਜਿਹੜਾ ਜੋਤਸ਼ੀ ਮੂਹਰੇ ਹੱਥ ਅੱਡ ਕੇ ਬਹਿ ਗਿਆ ਉਹ ਗੁਰਮੁਖੋ ਰਾਤ ਦੇ 12 ਵਜੇ ਕੰਮ ਕਦੇ ਨਹੀਂ ਕਰ ਸਕਦਾ। ਇਹ ਤਾਂ ਦਲੇਰ ਤਾਂ ਭਾਵੇਂ ਕੋਈ 4 ਲੱਤਾ, ਹੁਣ 4 ਲੱਤਾ ਜਾਨਵਰ ਵੀ ਕਿਹੜਾ ਹੋਊਗਾ, ਬੱਕਰਾ ਹੀ ਹੋਊ। ਪਹਿਲਾਂ ਤਾਂ ਇਹਦਾ ਕੋਈ ਨਿਹੰਗ ਸਿੰਘ ਭਾਵੇਂ ਕੋਈ ਝਟਕਾ ਦੇਵੇ, ਨਹੀਂ ਤਾਂ ਕਿਹੜਾ ਇੱਥੇ ਤਾਂ ਇਹ ਉਹਦਾ ਹੁਣ ਆ ਵੀ ਨਿਹੰਗਾਂ ਦੇ ਉੱਤੇ, ਨਿਹੰਗ ਸਿੰਘਾਂ ਦੇ ਕਿੰਤੂ ਕਰ ਬੱਕਰੇ ਵੱਢਦੇ ਆ। ਤੂੰ ਖਾਣ ਨੂੰ ਸਾਰਿਆਂ ਨੂੰ ਮੂਹਰੇ ਆ ਤੇ ਉਹ ਖਾਲਸੇ ਨੂੰ ਅਧਿਕਾਰ ਖੇਤਰ ਹੈ, ਤੈਨੂੰ ਨਹੀਂ ਹੈ। ਗੁਰਮੁਖੋ ਝਟਕਾ ਕਰਕੇ ਉਸ ਜਿਹੜਾ ਹੈ ਖਾਲਸਾਈ ਫੌਜ ਨੂੰ ਇਹ ਅਧਿਕਾਰ ਹੈ ਕਿ ਉਹ ਝਟਕਾ ਕਰਕੇ ਸਕਦੇ, ਕਿਸੇ ਦਾ ਝਟਕਾਇਆ ਨਹੀਂ ਸਕਦੇ। ਰਹੋ ਵਿਚਾਰੋ, ਚਲੋ ਵੱਖਰਾ ਵਿਸ਼ਾ ਹੈ, ਇੱਧਰ ਨੂੰ ਆਪਾਂ ਨਹੀਂ ਜਾਂਦੇ। ਇਹ ਡਰਿਆ ਹੋਇਆ ਕਹਿੰਦਾ ਇਹ ਆਹ ਕੰਮ ਤਾਂ ਔਖਾ ਹੈ, ਇਹ ਤਾਂ ਨਹੀਂ ਹੋਣਾ। ਕਹਿੰਦਾ ਵੀ ਜੇ ਤੂੰ ਨਹੀਂ ਕਰ ਸਕਦਾ ਫਿਰ ਐਂ ਕਰ ਵੀ ਉਹਨੇ ਪੈਸੇ ਮੈਨੂੰ ਦੇ ਦੇ, ਮੈਂ ਕਰ ਦੂੰ ਇਹ ਸਾਰਾ ਕੁਝ। ਕਿੰਨੇ ਪੈਸੇ ਆ? ਪੈਸਿਆਂ ਦਾ ਸੌਦਾ ਹੋਣਾ ਸ਼ੁਰੂ ਹੋ ਜਾਂਦਾ। ਉਹ ਕਹਿੰਦਾ ਵੀ ਇੰਨਾ ਵੀ 1500 ਦੇ, ਇਹ ਕਹਿੰਦਾ ਇੰਨਾ ਨਹੀਂ ਦੇਣਾ। ਗੱਲ ਨਿਬੜਦੀ 500-700 ਤੇ ਨਿਬੜ ਜਾਂਦੀ ਹੈ ਤੇ ਡਰਿਆ ਹੋਇਆ ਫੜਾ ਦਿੰਦਾ, ਉਹ ਲੈ ਕੇ ਤਿੱਤਰ ਹੁੰਦਾ ਹੈ। ਜਿਹੜਾ ਬੈਠਾ ਤਾਂ ਇਹ ਸੀ ਵੀ ਸਿਰਫ 5 ਰੁਪਏ ਲੈਣੇ ਆ ਤੇਰਾ ਹੱਥ ਦੇਖਣ ਦੇ, ਪਰ ਜਦੋਂ ਉੱਠਿਆ ਘੱਟੋ ਘੱਟ 500 ਲੈ ਕੇ ਤੁਰ ਗਿਆ। ਇਹ ਹੋਏ ਜਿਹਦਾ ਤੇ ਹੈਰਾਨੀ ਹੁੰਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦਾ ਤੇ ਫਿਰ ਵੀ ਅਜੇ ਇਹਨਾਂ ਵਹਿਮਾਂ ਭਰਮਾਂ 'ਚ ਫਸਿਆ, ਅਜੇ ਵੀ ਇਹ ਡਰ ਭਰਮ ਦੇ ਵਿੱਚ ਹੈ। ਤਾਂ ਫਿਰ ਕੀ ਹੈ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕੁਸੁੱਧ ਹੈ ਜਾਏ। ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਲਈ, ਕੋਈ ਵਹਿਮ ਭਰਮ ਨਹੀਂ। ਮਾਲਕ ਅੱਗੇ ਬੇਨਤੀ ਕਰਨੀ ਹੈ, ਰਹੋ ਵਿਚਾਰ। ਪੜਿਓ ਸਮੁੰਦਰਿਕ ਮੈਂ ਦਿਜ ਸੋਧਾ। ਕਿਉਂ ਕਹਿੰਦੇ ਇਹ ਸਮੁੰਦਰਿਕ ਜਿਹੜਾ ਹੈ ਗ੍ਰੰਥ ਪੰਡਤ ਕਹਿੰਦਾ ਮੈਂ ਸੋਧ ਕੇ ਪੜਿਆ ਹੈ। ਸ਼ੁਭ ਗਨ ਸਭ ਇਸ ਮੈਂ ਕਹਿ ਪ੍ਰੋਧਾ। ਪੰਡਤ ਕਹਿੰਦਾ ਸਾਰੇ ਸ਼ੁਭ ਲੱਛਣ ਜਿੰਨੇ ਵੀ ਹੈ ਇਸ ਬਾਲਕ ਵਿੱਚ ਹਨ। ਮਹਿਮਾ ਅਮਿਤ ਮਨੇ ਮਹਿਮਾਨੀ। ਇਹਦੀ ਜਿਹੜੀ ਮਹਿਮਾ ਹੈ ਮੈਂ ਮਨ ਵਿੱਚ ਜਾਣ ਲਈ ਕਿ ਅਮਿਤ ਉਹਦੀ ਮਿਣਤੀ ਵੀ ਨਹੀਂ ਹੋ ਸਕਦੀ, ਬਹੁਤ ਮਹਿਮਾ ਵਾਲਾ ਹੋਵੇਗਾ। ਬੜ ਅਵਤਾਰ ਚਿਤ ਸਤ ਜਾਨੀ। ਔਰ ਇਹ ਚਿੱਤ ਦੇ ਵਿੱਚ ਜਾਣ ਲਿਆ ਹੈ ਕਿ ਇਹ ਬੜ ਅਵਤਾਰ ਬਹੁਤ ਵੱਡਾ ਅਵਤਾਰ ਹੈ। ਮੈਂ ਚਿੱਤ ਵਿੱਚ ਇਹ ਸੱਚਾ ਜਾਣ ਲਿਆ। ਦਿਜ ਦਰਸਾਏ ਧਾਏ ਢਿਗ ਮਾਤਾ। ਇਉਂ ਭਾਈ ਦਰਸ਼ਨ ਕਰਵਾ ਕੇ ਬ੍ਰਾਹਮਣ ਨੂੰ ਜਿਹੜੀ ਦਾਈ ਸੀ ਫਿਰ ਉਹ ਮਾਤਾ ਦੇ ਕੋਲ ਲੈ ਗਈ ਗੁਰੂ ਪਾਤਸ਼ਾਹ ਨੂੰ। ਦੀਨੋ ਦਾਏ ਸੋ ਸੁੰਦਰ ਤਾਤਾ। ਸੁੰਦਰ ਬਾਲਕ ਨੂੰ ਜਾ ਕੇ ਦਾਈ ਦੌਲਤਾਂ ਨੇ ਮਾਤਾ ਨੂੰ ਸੌਂਪ ਦਿੱਤਾ। ਕਾਲੂ ਕਹੇ ਨਾਮ ਸਿਸ ਰਾਖੋ। ਬਾਬਾ ਕਾਲੂ ਜੀ ਕਹਿਣ ਲੱਗੇ ਵੀ ਹੁਣ ਪੁੱਤਰ ਦਾ ਨਾਮ ਰੱਖੋ। ਵਰਨ ਸੋਧ ਸੁਧ ਮੁਖ ਸੋ ਭਾਖੋ। ਇਉਂ ਵਰਨ ਸੋਧ ਸੋਹਣੇ ਜਿਹੜੇ ਵਰਨ ਅੱਖਰ ਹੈ ਆਪਣੇ ਸ਼ੁੱਧ ਮੁਖ ਪਵਿੱਤਰ ਮੁਖ ਦੁਆਰਾ ਉਹ ਤੁਸੀਂ ਦੱਸੋ। ਸੁਨ ਕਾਲੂ ਇਸ ਨਾਮ ਅਪਾਰਾ। ਤਾਂ ਪੰਡਤ ਹਰਦਿਆਲ ਕਹਿਣ ਲੱਗਿਆ ਹੇ ਬਾਬਾ ਕਾਲੂ ਸੁਣ, ਇਹਦਾ ਜਿਹੜਾ ਨਾਮ ਹੈ ਨਾ ਉਹ ਬੇਅੰਤ। ਹਉ ਰਾਖੋ ਕਰ ਸੋਧ ਵਿਚਾਰਾ। ਮੈਂ ਚੰਗੀ ਤਰ੍ਹਾਂ ਸੋਧ ਵਿਚਾਰ ਕੇ ਹੀ ਰੱਖਾਂਗਾ। ਅਬ ਨਿਜ ਕੁਲ ਕੀ ਕੀਜੈ ਚਾਲੀ। ਹੁਣ ਤੁਸੀਂ ਜਿਹੜੀ ਤੁਹਾਡੀ ਬੇਦੀ ਵੰਸ਼ ਖੱਤਰੀਆਂ ਦੀ ਕੁਲ ਹੈ ਉਹਦੀ ਜਿਹੜੀ ਮਰਜ਼ਾਦਾ ਹੈ ਉਹ ਤੁਸੀਂ ਆਪਣੀ ਪੂਰੀ ਕਰੋ। ਜੋ ਜਾਚੈ ਤਿਸ ਭੇਜ ਨ ਖਾਲੀ। ਇਹ ਜਿਹੜੀ ਬੇਦ ਵੰਸ਼ ਹੈ ਇਹ ਉਦਾਰ ਦਾਤਿਆਂ ਦੀ ਵੰਸ਼ ਹੈ। ਐ ਬਾਬਾ ਕਾਲੂ ਜੋ ਵੀ ਹੁਣ ਇੱਥੇ ਮੰਗਣ ਆਵੇ ਨਾ ਤੁਹਾਡੇ ਘਰ ਉਹਨੂੰ ਖਾਲੀ ਨਹੀਂ ਤੋਰਨਾ ਹੈ। ਇਸ ਤਰ੍ਹਾਂ ਕਿ ਨਾਮ ਅਸੀਂ ਬਾਅਦ ਵਿੱਚ ਰੱਖਾਂਗੇ। ਤੁਸੀਂ ਆਪਣੀ ਬੇਦਵੰਸ਼ੀ ਖੱਤਰੀਆਂ ਵਾਲੀ ਰੀਤੀ ਨੂੰ ਪਹਿਲਾਂ ਤੁਸੀਂ ਨਿਭਾਉਣਾ ਸ਼ੁਰੂ ਕਰੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ
ਅਵਤਾਰ ਦਾ ਇਹ ਪ੍ਰਸੰਗ ਹੈ ਜੋ ਆਪਾਂ ਬਾਕੀ ਕੱਲ ਅੱਗੇ ਭਾਈ ਪੜਾਂ ਸੁਣਾਂਗੇ। ਭੁੱਲ ਚੁੱਕ ਦੀ ਖੇਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।